वाहिगुरू मेरा नाम गुरनूर सिंह नहीं, मेरा पहला जिहड़ा नाम सी मेरा अंकुर शर्मा सीगा ते मेरी सारी फैमिली विचों पुश्तां विचों कह लो साडे सारे कट्टड़ पंडित जिन्हों कहंदे पंडित साडी फैमिली नूं हर जगह भावें तरन तारण होवे भावें बिलासपुर होवे भावें किते भी सानूं पंडित जी कह के सानूं पुकारिया जांदा हजे भी जद तक जदों मैं इस घर विच नहीं आया सीगा। ते मेरा होया कि मैं बड़ा नलायक सीगा पढ़न दे विच, इन्ना नलायक सीगा मेरे 42% सीगे 10th दे विचों। ते मैनूं लग्या कि मैं फिर पढ़ाई छड्डती, 10वीं चों फेल हो गया, मैं पढ़ाई छड्ड दित्ती कि मैं पढ़ना नहीं हैगा, मेरी पढ़ाई च मन नहीं लगदा। एक साल मैं किसी दुकान ते काम कीता ते उत्थे मैनूं समझ आ गई पढ़ाई तो बिना कोई है नहीं, गल नहीं बननी। ते खेड इदां मेरे ती वाहिगुरू, मेरा ना एक दोस्त सीगा हैप्पी नाम दा, ये शुरू की गल दस रहा जिद्दों देखो ये गल मैं इस एग्जाम्पल ये भी मिल सकता है कि सारे च वाहिगुरू वेखना चाहिए तो तुहानूं कोई भी तुहानूं चंगी मत ते ला सकदा तुहानूं। तो हैप्पी सीगा वो मैनूं रोज ना कई बारी कहंदा सी चल गुरुद्वारे चल, मैं कहता भरा मैं गुरुद्वारे नहीं जांदा, मेरे घर वाले लाओ नहीं करते ते मेरे घर मंदिर हैगा मैं उत्थे जांदा, कहंदा नहीं नहीं तू चल मेरे नाल। ते वाहिगुरू थोड़े दिन बाद वो पता लग्या मैनूं कि वो बंदा जिहड़ा सीगा ना बाइक चोर सीगा, बाइक चोरी करदा हुंदा सीगा। ते ਉਹਦੇ ਕਰਕੇ ਇੱਕ ਵਾਰੀ ਪੁਲਿਸ ਘਰ ਵੀ ਆ ਗਈ ਮੇਰੇ ਤੇ ਮੈਨੂੰ ਕਹਿੰਦੇ ਤੁਹਾਡਾ ਤੁਹਾਨੂੰ ਕਈ ਵਾਰੀ ਉਹਦੇ ਨਾਲ ਵੇਖਿਆ ਗਿਆ। ਮੈਂ ਕਿਹਾ ਹਾਂਜੀ ਦੇਖਿਆ ਜ਼ਰੂਰ ਹੋਏਗਾ ਤੇ ਪਰ ਮੇਰਾ ਕੋਈ ਉਹਦੇ ਵਿੱਚ ਇਦਾਂ ਹੈ ਨਹੀਂ ਕਿਉਂਕਿ ਕਈ ਵਾਰੀ ਮਿਲਦਾ ਹੁੰਦਾ ਸੀਗਾ। ਤੇ ਮੈਂ ਨਾ ਬਹੁਤ ਡਰ ਗਿਆ ਜਦੋਂ ਦੇਖੋ ਜੀ ਸਾਡੇ ਪਰਿਵਾਰ 'ਚ ਕਦੀ ਦੂਰ ਦੂਰ ਇਹੋ ਜਿਹਾ ਕੋਈ ਸਿਲਸਿਲਾ ਨਹੀਂ ਰਿਹਾ ਕਿਸੇ ਵੀ ਕੋਈ ਜਿੱਦਾਂ ਕੋਈ ਇੱਦਾਂ ਦਾ ਪੱਖਪਾਤ ਹੋਇਆ ਕਿਸੇ ਨਾਲ ਜਾਂ ਕੋਈ ਉਹ ਆਪਣੇ ਘਰ ਕੋਈ ਇੱਦਾਂ ਦਾ ਕੋਈ ਪੁਰਾਣੀ ਆਇਆ ਹੋਵੇ। ਤੇ ਮੈਂ ਨਾ ਭੱਜ ਕੇ ਗੁਰੂ ਪਾਤਸ਼ਾਹ ਜੀ ਕੋਲ ਚਲਾ ਗਿਆ। ਮੈਂ ਗੁਰੂ ਪਾਤਸ਼ਾਹ ਜੀ ਕਿ ਤੁਸੀਂ ਮੈਂ ਤੁਹਾਡੇ ਕੋਲ ਉਹਦੇ ਨਾਲ ਆਉਂਦਾ ਹੁੰਦਾ ਸੀਗਾ, ਦੇਖੋ ਤੁਹਾਡੇ ਕੋਲ ਆਉਂਦਾ ਸੀਗਾ ਤਾਂ ਮਤਲਬ ਕੋਈ ਨਾ ਕੋਈ ਤਾਂ ਗੱਲ ਹੈਗੀ ਆ। ਮੈਂ ਉਦੋਂ ਮਤਲਬ ਕਿ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਸੀਗਾ ਤੇ ਮੈਂ ਕਿਹਾ ਦੇਖੋ ਜੀ ਤੁਸੀਂ ਏਦਾਂ ਕਰੋ ਮੇਰੇ ਘਰ ਕੋਈ ਨਾ ਆਵੇ, ਮੈਂ ਮੇਰੇ ਘਰ ਵਾਲਿਆਂ ਨੇ ਬਹੁਤ ਉਹ ਹੋ ਜਾਣਾ ਫੀਲ ਹੋਣਾ ਉਹਨਾਂ ਨੂੰ ਕਿ ਉਹ ਕਿੱਦਾਂ ਦਾ ਬੱਚਾ ਜੰਮਿਆ। ਤੇ ਉਦੋਂ ਮਤਲਬ ਕਿ ਸ਼ਬਦ ਸੀਗਾ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਤੇ ਇਹ ਮੇਰੇ ਕੰਨਾਂ 'ਚ ਇੰਨੀ ਇਹ ਸ਼ਬਦ ਇੱਦਾਂ ਦਾ ਸੀ, ਕਈ ਸ਼ਬਦ ਸਾਡੇ ਗੁਰਬਾਣੀ ਵਿੱਚ ਇੰਨੇ ਸਰਲ ਹੈਗੇ ਆ ਨਾ ਉਹਨੂੰ ਕੋਈ ਵੀ ਸੁਣ ਲੇਗਾ ਤੁਹਾਨੂੰ ਸਮਝ ਆ ਜਾਣੀ ਇਹ ਗੱਲ ਕਿ ਹਾਂ ਵੀ ਇਹ ਕਹਿ ਰਿਹਾ। ਤੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ ਵਾਲਾ ਹੁਕਮਨਾਮਾ ਆਇਆ ਸੀ। ਮੈਂ ਇਹ ਸੁਣ ਕੇ ਸਿਰਫ ਇੰਨਾ ਹੀ ਸੁਣਿਆ ਤੇ ਮੈਂ ਘਰ ਆ ਗਿਆ ਤੇ ਉਸ ਤੋਂ ਬਾਅਦ ਕੋਈ ਖੇਡ ਬਣੀ ਨਹੀਂ। ਫਿਰ ਮੈਨੂੰ ਸਮਝ ਆ ਗਈ ਗੁਰਨੂਰ ਇੱਥੇ ਰਿਹਾ ਤੇ ਪੜ੍ਹ ਨਹੀਂ ਪਾਏਗਾ। ਵੀ ਜੀ ਮੈਂ ਚਲਾ ਗਿਆ ਰਾਜਪੁਰਾ, ਮੇਰੀ ਮੰਮੀ ਕਹਿੰਦੇ ਕਿ ਤੂੰ ਇੱਥੇ ਨਹੀਂ ਪੜ੍ਹ ਪਾਇਆ ਤੇ ਬਾਹਰ ਕੀ ਪੜ੍ਹੇਗਾ। ਤੇ ਮੈਂ ਆਪਣੀ ਰਾਜਪੁਰਾ ਚਲਾ ਗਿਆ ਤੇ ਉੱਥੇ ਮੈਂ 2 ਸਾਲ ਪੜ੍ਹਾਈ ਕੀਤੀ। 2 ਸਾਲ ਪੜ੍ਹਾਈ 'ਚ ਮੈਂ ਪੜ੍ਹਾਈ ਤਾਂ ਕੀ ਕੀਤੀ, ਸਾਡੇ ਨੇੜੇ ਗੁਰੂ ਪਾਤਸ਼ਾਹ ਜੀ ਦਾ ਮੇਰੇ ਘਰ ਦੇ ਨੇੜੇ ਮੰਦਿਰ ਸੀਗਾ, ਉਸ ਘਰ ਦੇ ਨੇੜੇ ਗੁਰਦੁਆਰਾ ਸੀਗਾ ਤੇ ਉਸ ਗੁਰਦੁਆਰੇ ਵਿੱਚ ਗੁਰੂ ਪਾਤਸ਼ਾਹ ਜੀ ਮੈਨੂੰ ਰੋਜ਼ ਸੇਵਾ ਵਾਸਤੇ ਬੁਲਾਉਂਦੇ ਹੁੰਦੇ ਸੀਗੇ ਰੋਜ਼। ਪਰ ਮੈਂ ਮੰਗਿਆ ਕਦੀ ਕੁਛ ਨਹੀਂ ਗੁਰੂ ਪਾਤਸ਼ਾਹ ਜੀ ਤੋਂ। ਹਾਂ ਪਰ ਕੁਛ ਟਾਈਮ ਸੇਵਾ ਤੋਂ ਬਾਅਦ ਮੇਰੇ ਅੰਦਰ ਗੁਰਬਾਣੀ ਚੱਲਣੀ ਸ਼ੁਰੂ ਹੋ ਗਈ। ਜਿੱਦਾਂ ਮੈਂ ਕਈ ਵਾਰੀ ਤਾਂ ਕੰਨਾਂ 'ਚ ਉਂਗਲੀਆਂ ਪਾ ਕੇ ਵੀ ਰੱਖਦਾ ਹੁੰਦਾ ਸੀ ਤਾਂ ਵੀ ਮੇਰੇ ਅੰਦਰ ਗੁਰਬਾਣੀ ਦੇ ਸ਼ਬਦ ਚੱਲਦੇ ਰਹਿੰਦੇ ਸੀਗੇ ਕਿ ਮੈਂ ਕਿਹਾ ਮੇਰਾ ਹੋ ਕੀ ਰਿਹਾ। ਮੈਂ ਉਸ ਨੂੰ ਸਮਝਿਆ ਨਹੀਂ ਸੱਚੀ, ਮੈਨੂੰ ਪਤਾ ਹੀ ਨਹੀਂ ਸੀ, ਗਿਆਨ ਹੀ ਨਹੀਂ ਸੀਗਾ ਤੇ ਮੈਂ ਉਸ ਚੀਜ਼ ਦਾ ਗਿਆਨ ਲਿਆ ਵੀ ਨਹੀਂ ਤੇ ਮੈਂ ਤਾਂ ਵੀ ਸੇਵਾ ਕਰਦਾ ਰਿਹਾ। ਤੇ ਕੁਛ ਸਮਾਂ ਨਿਕਲਿਆ ਫਿਰ ਮੈਂ ਮਤਲਬ ਕਿ ਕੁਰਾਲੀ ਵਿੱਚ ਆ ਗਿਆ। ਕੁਰਾਲੀ ਵਾਲੇ ਆਉਣ ਦੀ ਵੀ ਕਹਾਣੀ ਬਹੁਤ, ਮੈਂ ਅੱਧੇ ਘੰਟੇ ਸ਼ੋਰਟ ਕਰ ਰਿਹਾ। ਇਹ ਬੜੇ ਇਹਦੇ 'ਚ ਕਈ ਕੋਤਕ ਵਰਤੇ ਇੱਦਾਂ ਕਿ ਜਦੋਂ ਮੈਂ ਮਤਲਬ ਕਿ ਐਡਮਿਸ਼ਨ ਲੈਣ ਜਾਣਾ ਸੀਗਾ ਤੇ ਸਿਰਫ ਮੇਰੇ ਕੋਲ ਪੈਸੇ ਵੀ ਨਹੀਂ ਹੈਗੇ ਸੀਗੇ, ਮੇਰੇ ਮਾਂ ਪਿਓ ਇੰਨੇ ਨਹੀਂ ਸੀਗੇ ਮੈਨੂੰ ਪੜ੍ਹਾ ਦੇਣ ਤੇ ਉਹਨਾਂ ਨੇ ਕਿਹਾ ਅਸੀਂ ਪੜ੍ਹਾ ਨਹੀਂ ਸਕਦੇ। ਮੈਂ ਕਿਹਾ ਮੈਂ ਆਪ ਹੀ ਪੜ੍ਹ ਲਾਂਗਾ, ਤੁਸੀਂ ਬਸ ਮੇਰੇ ਸਿਰ ਤੇ ਹੱਥ ਰੱਖੋ ਕਿ ਤੂੰ ਪੜ੍ਹ ਲੈ ਬਸ। ਮੈਂ ਗਿਆ ਤੇ ਮੈਂ ਉੱਥੇ ਸੁਖਦੇਵ ਸਿੰਘ ਸੀਗਾ, ਉਹ ਕਹਿੰਦਾ ਗੁਰਨੂਰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ, ਅਸੀਂ ਫੀਸ ਭਰ ਲਾਂਗੇ, ਤੂੰ ਫਿਰ ਕਮਾ ਕੇ ਦੇ ਜਾਈ ਮੈਨੂੰ। ਮੈਂ ਕਿਹਾ ਠੀਕ ਹੈ ਵਾਹਿਗੁਰੂ ਮੈਂ ਏਦਾਂ ਕਰ ਲਾਂਗਾ। ਤੇ ਮੈਂ ਗਿਆ ਤੇ ਜਦੋਂ ਉੱਥੇ ਪਹੁੰਚਿਆ ਤੇ ਦੇਖਿਆ ਕਾਲਜ ਬੜਾ ਵੱਡਾ ਸੀਗਾ ਤੇ ਲਾਂਡਰਾ ਕਾਲਜ। ਤੇ ਮੈਂ ਉੱਥੋਂ ਉਹਨਾਂ ਨੂੰ ਕਿਹਾ ਕਿ ਮੈਨੂੰ ਐਡਮਿਸ਼ਨ ਚਾਹੀਦਾ। ਕਹਿੰਦੇ ਕਿੰਨੇ % ਆਏ ਤੁਹਾਡੇ? ਮੈਂ ਕਿਹਾ ਮੇਰੇ ਹੁਣ 56% ਹੈਗੇ ਆ। ਤੇ ਕਹਿੰਦੇ ਠੀਕ ਹੈ ਮਿਲ ਜਾਏਗਾ ਐਡਮਿਸ਼ਨ ਤੁਹਾਨੂੰ। ਉਸੇ ਵੇਲੇ ਪਤਾ ਨਹੀਂ ਕੋਈ ਫੋਨ ਆਉਂਦਾ ਉਹਨਾਂ ਨੂੰ, ਕਹਿੰਦੇ ਕਿ ਹੁਣ ਸੋਰੀ ਕਹਿੰਦੇ ਤੁਹਾਨੂੰ ਉਹਨੇ ਕਿਹਾ ਸੀਗਾ ਮਿਲ ਜਾਏਗਾ, ਹੁਣ ਨਹੀਂ ਮਿਲੇਗਾ, ਕਹਿੰਦਾ ਸਾਡੀ ਸੀਟਾਂ ਬੁੱਕ ਹੋ ਗਈਆਂ ਪੂਰੀਆਂ। ਮੇਰਾ ਰੋਣਾ ਨਿਕਲ ਗਿਆ ਉੱਥੇ। ਮੈਂ ਕਿਹਾ ਗੁਰੂ ਪਾਤਸ਼ਾਹ ਜੀ ਮੈਂ ਤੁਹਾਨੂੰ ਕਹਿ ਕੇ ਆਇਆ ਸੀਗਾ ਕਿ ਮੈਨੂੰ ਸੀਟ ਚਾਹੀਦੀ ਹੈ ਤੇ ਹੁਣ ਇੱਥੇ ਕਹਿੰਦੇ ਸੀਟ ਨਹੀਂ, ਇਹ ਕਿੱਦਾਂ ਹੋ ਸਕਦਾ ਦੱਸੋ ਤੁਸੀਂ। ਮਤਲਬ ਕਿ ਮੇਰੇ ਗੱਲ ਕਰਨ ਦਾ ਤਰੀਕਾ ਗੁਰੂ ਪਿਤਾ ਨਾਲ ਏਦਾਂ ਹੀ ਰਿਹਾ ਹਮੇਸ਼ਾ। ਮੈਂ ਗੁਰੂ ਪਿਤਾ ਜੀ ਤੁਹਾਨੂੰ ਮੈਂ ਕਹਿ ਕੇ ਆਇਆ ਸੀਗਾ ਕਿ ਮੈਨੂੰ ਸੀਟ ਚਾਹੀਦੀ ਹੈ ਤੇ ਹੁਣ ਜੀ ਕਹਿੰਦੇ ਸੀਟ ਨਹੀਂ ਹੈਗੀ, ਹੁਣ ਦੱਸੋ ਮੈਂ ਕੀ ਕਰਾਂ। ਮੈਂ ਕਿਹਾ ਹੁਣ ਮੈਨੂੰ ਅਗਰ ਮੈਂ ਪੜ੍ਹਿਆ ਨਹੀਂ ਤਾਂ ਮੈਨੂੰ ਤੁਹਾਨੂੰ ਵੀ ਪਤਾ ਮੈਂ ਰੁੱਲ ਜਾਣਾ ਤੇ ਹੁਣ ਤੁਹਾਡੇ ਕੋਲ ਆਇਆ ਸੀ, ਤੁਸੀਂ ਤਾਂ ਨਹੀਂ ਰੁੱਲਣ ਦੇਣਾ ਮੈਨੂੰ ਇੰਨਾ ਪਤਾ। ਵਾਹਿਗੁਰੂ ਮੈਂ ਉੱਥੇ ਬੈਠਾ ਰਿਹਾ ਸੋਚਦਾ ਰਿਹਾ ਕੀ ਬਣੂ ਮੇਰਾ ਕੀ ਬਣੂ। ਤੇ ਜਿੱਦਾਂ ਹੀ ਮੈਂ ਕਿਹਾ ਚੱਲ ਠੀਕ ਆ ਕੋਈ ਆਹ ਕਾਲਜ ਨਹੀਂ ਕੋਈ ਹੋਰ ਕਾਲਜ ਸਹੀ।
ਹਜੇ ਜਿਹੜਾ ਸਾਡਾ ਐਡਮਿਨ ਹਾਲ ਸੀ ਨਾ ਉਹ ਬਹੁਤ ਵੱਡਾ ਸੀਗਾ। ਜਦੋਂ ਮੈਂ ਐਡਮਿਨ ਹਾਲ ਤੋਂ ਕੋਰਨਰ ਤੇ ਪਹੁੰਚਿਆ ਮੈਨੂੰ ਗਾਰਡ ਨੇ ਇਸ਼ਾਰਾ ਕੀਤਾ ਕਿ ਉਹ ਮੈਡਮ ਬੁਲਾ ਰਹੀ ਤੈਨੂੰ। ਤੇ ਮੈਡਮ ਬੁਲਾ ਰਹੀ, ਮੈਂ ਕਿਹਾ ਹੁਣ ਮੇਰੇ ਕੋਈ ਡਾਕੂਮੈਂਟ ਰਹਿ ਗਿਆ ਹੋਣਾ ਇਸ ਕਰਕੇ ਬੁਲਾ ਰਹੀ ਹੈ। ਤੇ ਜਦੋਂ ਮੈਂ ਉੱਥੇ ਪਹੁੰਚਿਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡਾ ਐਡਮਿਸ਼ਨ ਹੋ ਜਾਏਗਾ। ਮੇਰਾ ਰੋਣਾ ਨਿਕਲ ਗਿਆ। ਮੈਂ ਕਿਹਾ ਵਾਹ ਕਿਆ ਬਾਤ ਹੈ ਗੁਰੂ ਪਾਤਸ਼ਾਹ ਜੀ, ਤੁਸੀਂ ਤਾਂ ਬੜੇ ਬਿਆਨ ਤੋਂ, ਤੁਹਾਨੂੰ ਮੈਂ ਹੁਣੇ ਗੱਲ ਕੀਤੀ, ਤੁਸੀਂ ਮੇਰਾ ਐਡਮਿਸ਼ਨ ਵੀ ਕਰਾ ਦਿੱਤਾ। ਉਹ ਸੀ ਮੇਰਾ ਪਹਿਲਾ ਦਿਨ ਜਿਸ ਦਿਨ ਮੈਨੂੰ ਲੱਗਿਆ ਕਿ ਹਾਂ ਇਹ ਚੀਜ਼ ਐਗਜ਼ਿਸਟ ਕਰਦੀ ਆ, ਇਹ ਚੀਜ਼ ਹੈਗੀ ਆ ਦੁਨੀਆ ਵਿੱਚ। ਤੇ ਹੋਰ ਵੀ ਪਹਿਲਾਂ ਵੀ ਐਗਜ਼ਾਮਪਲ ਵਰਤੇ। ਫਿਰ ਇੱਕ ਦਿਨ ਕੀ ਹੋਇਆ, ਮੈਂ ਬੜਾ ਪਰੇਸ਼ਾਨ ਸੀਗਾ ਮਾਇਆ ਕਰਕੇ, ਕਿਉਂਕਿ ਏਦਾਂ ਹੀ ਹਾਲਾਤ ਸੀਗੇ ਤੇ ਮੇਰਾ ਮਨ ਸੀਗਾ ਦਰਬਾਰ ਸਾਹਿਬ ਜਾਣ ਦਾ। ਦੂਜਾ ਮੇਰੇ ਹਜੇ ਤੱਕ ਯਾਦ ਹੈ, ਮੇਰੀ ਜੇਬ 'ਚ ਸਿਰਫ 270 ਰੁਪਏ ਪਏ ਸੀਗੇ, ਉਹਦੇ 'ਚ ਮੈਨੂੰ ਆਉਣਾ ਜਾਣਾ ਕਰਨਾ ਸੀਗਾ। ਤੇ ਮੈਂ ਰਾਜਪੁਰੇ ਤੋਂ ਖੰਨਾ ਗਿਆ। ਖੰਨਾ ਜਾ ਕੇ ਮੈਨੂੰ ਪਤਾ ਲੱਗਿਆ ਮੇਰੇ ਕੋਲ ਪੈਸੇ ਘੱਟ ਹੈ ਤੇ ਮੈਨੂੰ ਆਉਣਾ ਜਾਣਾ ਵੀ ਕਰਨਾ ਇਹਦੇ ਵਿੱਚ। ਮੈਂ ਗੁਰੂ ਪਾਤਸ਼ਾਹ ਨੂੰ ਬੇਨਤੀ ਕੀਤੀ, ਮੈਂ ਕਿਹਾ ਪਿਤਾ ਤੁਸੀਂ ਮੈਨੂੰ ਘਰੋਂ ਕੱਢ ਲਿਆ ਹੁਣ ਬਾਹਰ, ਹੁਣ ਏਦਾਂ ਤਾਂ ਹੈ ਨਹੀਂ ਕਿ ਤੁਸੀਂ ਮੈਨੂੰ ਘਰੋਂ ਕੱਢ ਕੇ ਆਪਣੇ ਘਰ ਨਹੀਂ ਬੁਲਾਓਗੇ, ਬਾਹਰ ਥੋੜ੍ਹਾ ਰੱਖੋਗੇ, ਹੁਣ ਤੁਸੀਂ ਮੈਨੂੰ ਆਪਣੇ ਘਰ ਬੁਲਾਉਣਾ ਹੈ। ਵਾਹਿਗੁਰੂ, ਮੈਂ ਬੱਸ 'ਚ ਬੈਠਾ ਤੇ ਤੁਸੀਂ ਯਕੀਨ ਨਹੀਂ ਕਰੋਗੇ, ਮਤਲਬ ਕਿ ਉਸ ਬੱਸ ਵਾਲੇ ਨੇ ਮੈਨੂੰ ਟਿਕਟ ਦੱਸੀ 100 ਪਤਾ ਨਹੀਂ 30-40 ਰੁਪਏ ਦੀ ਟਿਕਟ ਸੀ ਉਦੋਂ। ਮੈਂ ਤਾਂ ਸਦਮੇ 'ਚ ਪੈ ਗਿਆ। ਮੈਂ ਕਿਹਾ ਮੇਰੇ ਕੋਲ ਤਾਂ ਇੰਨੇ ਪੈਸੇ ਨਹੀਂ ਹੈਗੇ ਕਿ ਮੈਂ ਦਰਬਾਰ ਸਾਹਿਬ ਆਊਂਗਾ। ਫਿਰ ਮੈਂ ਕਿਹਾ ਹੁਣ ਤਾਂ ਗੁਰੂ ਪਾਤਸ਼ਾਹ ਤੁਹਾਨੂੰ ਵਰਤਣਾ ਪੈਣਾ। ਵਾਹਿਗੁਰੂ ਆਪ ਜੀ ਯਕੀਨ ਕਰੋਗੇ, ਉਹ ਟਿਕਟ ਵਾਲੇ ਨੇ ਮੈਨੂੰ ਪੂਰੇ ਰਸਤੇ ਟਿਕਟ ਨਹੀਂ ਪੁੱਛੀ ਖੰਨੇ ਤੋਂ ਲੁਧਿਆਣੇ ਤੱਕ। ਤੇ ਜਿੱਦਾਂ ਹੀ ਮੈਂ ਲੁਧਿਆਣੇ ਉਤਰਿਆ ਨਾ ਤੇ ਮੈਨੂੰ ਇੱਕ ਭੈਣ ਜੀ ਮਿਲੇ, ਕਹਿੰਦੇ ਆ ਲਓ ਆਹ 200 ਰੁਪਏ ਲੈ ਲਓ ਤੇ ਤੁਸੀਂ ਨਾ ਮਤਲਬ ਕਿ ਜਿੱਥੇ ਜਾ ਰਹੇ ਹੋ ਉੱਥੇ ਮੱਥਾ ਟੇਕ ਦਿਓ। ਮੈਂ ਕਿਹਾ ਮਾਤਾ ਜੀ ਮੈਂ ਤਾਂ ਤੁਹਾਨੂੰ ਦੱਸਿਆ ਹੀ ਨਹੀਂ ਮੈਂ ਕਿੱਥੇ ਜਾ ਰਿਹਾ, ਤੁਸੀਂ ਤੁਹਾਨੂੰ ਕਿੱਦਾਂ ਪਤਾ ਤੁਸੀਂ ਕਿੱਥੇ? ਕਹਿੰਦੇ ਨਹੀਂ ਆਹ ਰੱਖ ਲਓ ਮਾਇਆ ਰੱਖ ਲਓ ਤੁਸੀਂ, ਕਹਿੰਦੇ ਨਹੀਂ ਤੁਸੀਂ ਰੱਖ ਲਓ ਵਾਲੀ ਮਾਇਆ। ਤੇ ਯਕੀਨਨ ਵਾਹਿਗੁਰੂ ਸੰਗਤ ਜੀ, ਮੈਂ ਆਪ ਜੀ ਨੂੰ ਯਕੀਨ ਦਿਲਾਉਣਾ ਚਾਹੁੰਦਾ ਕਿ ਮੈਂ ਕਿਸੇ ਨੂੰ ਨਹੀਂ ਦੱਸਿਆ ਸੀਗਾ ਕਿ ਮੈਂ ਕਿੱਥੇ ਜਾ ਰਿਹਾ। ਉਹ ਬੀਬੀ ਮੈਨੂੰ ਪਤਾ ਵੀ ਨਹੀਂ ਸੀ ਬੈਠੀ ਸੀ ਨਹੀਂ ਬੈਠੀ, ਬਟ ਉਸ ਟਾਈਮ ਉਹਨੇ ਮੈਨੂੰ 200 ਰੁਪਏ ਦਿੱਤਾ ਤੇ ਉਸੇ ਵੇਲੇ ਬੱਸ ਉਤਰ ਗਈ। ਉਸੇ ਵੇਲੇ ਬੱਸ ਉਤਰ ਗਈ ਤੇ ਮੈਨੂੰ ਕਹਿੰਦੀ, ਤੇ ਮੇਰਾ ਇੰਨਾ ਮੈਂ ਸੋਚ 'ਚ ਪੈ ਗਿਆ। ਮੈਂ ਕਿਹਾ ਕਿੱਦਾਂ ਹੋ ਸਕਦੀ ਇਹ ਚੀਜ਼, ਕਿੱਦਾਂ ਕੋਈ ਏਦਾਂ ਵਰਤ ਸਕਦਾ ਹੈ? ਉਹਨੂੰ ਮੈਂ ਦੱਸਿਆ ਨਹੀਂ, ਨਾ ਮੇਰੇ ਤੇ ਇੰਨੀ ਦੂਰ ਬੈਠੀ ਸੀਗੀ ਤੇ ਕਿੱਦਾਂ ਉਹ ਕਰਕੇ ਚਲੀ ਗਈ ਆ। ਮੈਂ ਜਿੱਦਾਂ ਉਤਰਨ ਵੇਲੇ ਮੈਂ ਬੱਸ ਵਾਲੇ ਡਰਾਈਵਰ ਨੂੰ ਕਿਹਾ, ਮੈਂ ਕਿਹਾ ਭਾਈ ਸਾਹਿਬ ਜੀ, ਕੰਡਕਟਰ ਜੀ, ਤੇ ਮੈਂ ਨਾ ਟਿਕਟ ਨਹੀਂ ਲਈ ਸੀ, ਮੇਰੇ ਕੋਲ ਮਾਇਆ ਘੱਟ ਸੀਗੀ ਤੇ ਮੈਨੂੰ ਡਰ ਸੀਗਾ। ਤੇ ਕਹਿੰਦੇ ਕੋਈ ਗੱਲ ਨਹੀਂ ਵਾਹਿਗੁਰੂ, ਕਹਿੰਦਾ ਹੁਣ ਟਿਕਟ ਦੀ ਲੋੜ ਨਹੀਂ ਹੈਗੀ ਤੁਸੀਂ ਜਾਓ। ਤੇ ਮੈਂ ਕਿਹਾ ਨਹੀਂ ਮੈਂ ਬੱਸ ਤੋਂ ਮੈਂ ਖੰਨੇ ਤੋਂ ਚੜਿਆ ਸੀਗਾ ਤੇ ਲੁਧਿਆਣੇ ਤੱਕ ਦੀ ਟਿਕਟ ਤੇ ਪੈ। ਕਹਿੰਦਾ ਵੀਰ ਜੀ ਕੋਈ ਗੱਲ ਨਹੀਂ, ਕਹਿੰਦਾ ਨਹੀਂ ਲੈਣੀ ਮਾਇਆ। ਤੇ ਉਹਨੇ ਵੀ ਬੜੀ ਬੇਨਤੀ ਕੀਤੀ ਆ ਤੇ ਮੈਂ ਵਾਹਿਗੁਰੂ ਦਰਬਾਰ ਸਾਹਿਬ ਚਲਾ ਗਿਆ। ਵਾਹਿਗੁਰੂ ਆਪ ਜੀ ਯਕੀਨ ਕਰੋਗੇ, ਉਸ ਦਿਨ ਜਿਹੜੀ ਮੇਰੀ ਜਿਹਨੂੰ ਸੁਰਤ ਦਾ ਥੋੜਾ ਜਿਹਾ ਅਹਿਸਾਸ ਹੋਇਆ ਨਾ, ਮੈਨੂੰ ਸੁਰਤ ਦਾ ਅਹਿਸਾਸ, ਮੈਂ ਸਵੇਰੇ 5:30 ਵਜੇ ਦਰਬਾਰ ਸਾਹਿਬ ਬੈਠਾ। ਜਦੋਂ ਉੱਥੇ ਪਹੁੰਚਿਆ ਰਾਤੀ 1 ਵਜੇ ਪਹੁੰਚਿਆ, ਗਠੜੀ ਘਰ ਵਿੱਚ ਘਰ ਜਮਾ ਕਰਾਇਆ ਨਾ ਉਹ ਕੀਤਾ। ਤੇ ਮੈਂ ਫਿਰ ਸਵੇਰੇ ਇਸ਼ਨਾਨ ਕਰਕੇ 5:30 ਵਜੇ ਉੱਪਰ ਜਾ ਕੇ ਬੈਠ ਗਿਆ ਦਰਬਾਰ ਸਾਹਿਬ ਦੇ। ਉਹ ਏਦਾਂ ਬੈਠਾ ਕਿ 2 ਵਜੇ ਉੱਠਿਆ ਮੈਂ। ਤੇ ਮੈਨੂੰ ਨਹੀਂ ਪਤਾ, ਨਾ ਮੈਨੂੰ ਕਿਸੇ ਨੇ ਹਿਲਾਇਆ ਉੱਥੇ, ਨਾ ਮੈਨੂੰ ਕਿਸੇ ਨੇ ਉੱਥੇ ਆ ਗਿਆ ਤੂੰ ਉੱਠ ਜਾ, ਤੇ ਨਾ ਮੈਨੂੰ ਪਤਾ ਕਿ ਮੈਂ ਇੰਨਾ ਸਮਾਂ ਕਿੱਦਾਂ ਬੈਠ ਗਿਆ। ਜਦੋਂ ਮੈਂ ਉੱਠਿਆ ਤੇ ਦੇਖਿਆ 2 ਵਜੇ, ਤੇ ਮੈਂ ਇੱਕਦਮ ਹੈਰਾਨ ਵੀ ਹੋ ਗਿਆ। ਮੈਂ ਕਿਹਾ ਲੱਗਦਾ ਮੈਂ ਸੋ ਗਿਆ। ਪਰ ਸੁੱਤੇ ਦੀ ਨੀਂਦ ਅਲੱਗ ਹੁੰਦੀ ਤੇ ਜਿਹੜੇ ਅੰਦਰ ਉਹ ਜਿਹੜਾ ਅਨਕੌਂਸ਼ੀਅਸ, ਹਰ ਇੱਕ ਸ਼ਬਦ ਦੀ ਆਵਾਜ਼ ਮੇਰੇ ਕੰਨਾਂ 'ਚ ਇੰਨੀ ਕਲੀਅਰ ਪੈ ਰਹੀ ਸੀਗੀ ਕਿ ਮੈਂ ਆਪ ਜੀ ਨੂੰ ਦੱਸ ਨਹੀਂ ਸਕਦਾ। ਇੱਕ ਆਵਾਜ਼ ਪਿੱਛੇ ਮਿੱਠੀ ਸਿਮਰਨ ਦੀ ਨਾਲ ਚੱਲ ਰਹੀ ਹੈ, ਮਤਲਬ ਕਿ ਗਜਬ, ਮਤਲਬ ਕਿ ਉਹਦੇ ਵਾਸਤੇ ਮੇਰੇ ਕੋਲ ਬਿਆਨ ਨਹੀਂ ਹੈਗੇ ਕਿ ਉਹ ਕਿੱਦਾਂ ਮੇਰਾ ਨਾ ਹਿਸਾਬ ਬਣਿਆ। ਉਹ ਪੂਰੇ ਰਸਤੇ ਜਦੋਂ ਮੈਂ ਉੱਥੋਂ ਦਰਬਾਰ ਸਾਹਿਬ ਤੋਂ ਆਇਆ ਤੇ ਮੇਰੇ ਕੰਨਾਂ ਵਿੱਚੋਂ ਚੱਲਦਾ ਰਿਹਾ। ਸਮਾਂ ਬੀਤ ਗਿਆ, ਕੁਰਾਲੀ ਵਿੱਚ ਆ ਗਿਆ। ਕੁਰਾਲੀ ਵਿੱਚ ਆਉਣ ਤੋਂ ਬਾਅਦ ਜਦੋਂ ਮੈਂ ਇਕੱਲਾ ਹੁੰਦਾ ਸੀ, ਮੇਰਾ ਕੋਈ ਦੋਸਤ ਨਹੀਂ ਸੀਗਾ। ਤੇ ਇੱਕ ਸਾਡੇ ਮਤਲਬ ਕਿ ਸੰਗਤ ਵਿੱਚ ਹੈਗੇ ਆ ਗੁਰਜੋਤ ਤੇ ਗੁਰਵਿੰਦਰ ਸਿੰਘ, ਹੈਰੀ ਸ਼ੈਰੀ ਨਾਮ ਉਹਨਾਂ ਦਾ ਨਿਕਨੇਮ, ਉਹਦਾ ਨਾਮ ਵੈਸੇ ਗੁਰਜੋਤ ਸਿੰਘ ਹੈ। ਤੇ ਉਹ ਇੱਕ ਦਿਨ ਮੈਂ ਕੁਛ ਬਣਾਇਆ ਤੇ ਮੈਨੂੰ ਕਹਿੰਦਾ ਵੀਰ ਜੀ ਛਕੋਗੇ ਤੁਸੀਂ? ਮੈਂ ਕਿਹਾ ਹਾਂ। ਮੈਂ ਕਿਹਾ ਮੈਂ ਵੀ ਤੇਰੇ ਵਾਸਤੇ ਬਣਾਵਾਂਗਾ ਕੁਛ, ਕਿਉਂਕਿ ਮੈਂ HM ਕੀਤੀ, ਹੋਟਲ ਮੈਨੇਜਮੈਂਟ ਕੀਤੀ ਹੋਈ ਸੀਗੀ। ਤੇ ਮੈਂ ਉਹਨੂੰ ਛਕਾਇਆ ਤੇ ਮੈਨੂੰ ਕਹਿੰਦਾ ਵੀਰ ਜੀ ਤੁਸੀਂ ਕਿਸੇ ਨੂੰ ਬੋਲਦੇ ਨਹੀਂ, ਘਰੋਂ ਬਾਹਰ ਨਿਕਲਦੀ ਨਹੀਂ ਹੈਗੇ। ਮੈਂ ਕਿਹਾ ਹਾਂ ਮੇਰਾ ਕੋਈ ਦੋਸਤ ਨਹੀਂ ਹੈਗਾ। ਮੈਂ ਕਿਹਾ ਮੇਰਾ ਬਸ ਏਦਾਂ ਹੀ ਹੈਗਾ ਵੀਰੇ। ਤੇ ਬੜੀ ਸਟਰਗਲ ਨਾਲ ਮੈਂ ਆਪਣੀ ਪੜ੍ਹਾਈ ਕੀਤੀ। ਤੇ ਇੱਕ ਦਿਨ ਮੈਨੂੰ ਕਹਿੰਦਾ ਚਲੋ ਗੁਰਦੁਆਰੇ ਚੱਲੀਏ। ਗੁਰਦੁਆਰੇ ਅਸੀਂ ਸ਼ਾਮ ਨੂੰ ਪਹੁੰਚੇ ਤੇ ਰਹਿਰਾਸ ਸਾਹਿਬ ਚੱਲਦੀ ਪਈ ਸੀਗੀ। ਮੈਂ ਜਦੋਂ ਗੁਰੂ ਸਾਹਿਬ ਵੱਲ ਵੇਖਿਆ ਨਾ ਤੇ ਮੇਰੇ ਕੋਲ ਵੇਖਿਆ ਨਹੀਂ ਗਿਆ ਉੱਧਰ। ਤੇ ਮੇਰਾ ਮਤਲਬ ਕਿਉਂਕਿ ਮੈਨੂੰ ਸੀਨ ਹੀ ਹੋਈ ਜਿਹੜੇ ਦਰਬਾਰ ਸਾਹਿਬ ਵਾਲੇ ਚੇਤੇ ਆਈ ਜਾ ਰਹੇ ਸੀਗੀ। ਉੱਥੇ ਹੋਇਆ ਕਿ ਮੇਰੇ ਨਾਲ ਏਦਾਂ ਕਿੱਦਾਂ ਹੋ ਸਕਦਾ ਕਿ ਮੈਂ 5 ਵਜੇ ਤੋਂ ਲੈ ਕੇ 2 ਵਜੇ ਤੱਕ ਬੈਠਾ ਹੀ ਰਿਹਾ, ਮੈਨੂੰ ਕਿਸੇ ਨੇ ਹਿਲਾਇਆ ਨਹੀਂ ਤੇ ਮੈਂ ਸੁੱਤਾ ਵੀ ਨਹੀਂ। ਮੈਨੂੰ ਹਰ ਇੱਕ ਚੀਜ਼ ਬੜੀ ਕਲੀਅਰ ਯਾਦ ਆ, ਹਰ ਇੱਕ ਸ਼ਬਦ ਯਾਦ ਆ, ਕਿਹੜਾ ਪੜਿਆ। ਤੇ
ਇਹ ਕਿੱਦਾਂ ਹੋ ਸਕਦਾ ਹੈ। ਜਦੋਂ ਮੈਂ ਨਾ ਸ਼ਾਮੀ ਰਹਿਰਾਸ ਸਾਹਿਬ ਵੇਲੇ ਉੱਥੇ ਪਹੁੰਚਿਆ ਤੇ ਮੈਂ ਨਾ ਉਹ ਮੱਥਾ ਟੇਕ ਕੇ ਚਲਾ ਗਿਆ ਤੇ ਮੈਂ ਮੱਥਾ ਵੀ ਟੇਕਿਆ ਸੀਗਾ, ਮੈਂ ਪਿੱਛੇ ਮੱਥਾ ਟੇਕ ਕੇ ਬੈਠ ਗਿਆ ਤੇ ਫਿਰ ਮੈਂ ਬੈਠਾ ਰਿਹਾ ਤੇ ਮੈਂ ਉਦੋਂ ਵੀ ਇਹੀ ਗੱਲ ਹੋਈ ਕਿ ਮੈਂ 2-2.5 ਘੰਟੇ ਮਤਲਬ ਕਿ ਸ਼ਾਮੀ 5:30-6 ਵਜੇ ਬੈਠਾ ਤਾਂ 8 ਵਜੇ ਉੱਠਿਆ। ਫਿਰ ਮੈਨੂੰ ਸਮਝ ਆ ਗਈ, ਮੈਂ ਕਿਹਾ ਕੋਈ ਜਾਂ ਤਾਂ ਮੈਨੂੰ ਕੁਛ ਹੋ ਗਿਆ ਜਾਂ ਤਾਂ ਮੈਨੂੰ ਕੁਛ ਹੋਣ ਲੱਗ ਗਿਆ। ਮੈਂ ਡਰ ਵੀ ਗਿਆ ਇੱਕ ਵਾਰੀ ਕਿ ਇਹ ਹੋ ਕੀ ਰਿਹਾ ਤੇ ਮੈਂ ਬੜਾ ਪਰੇਸ਼ਾਨ ਵੀ ਹੋ ਗਿਆ ਕਿ ਯਾਰ ਕੀ ਵਰਤ ਰਿਹਾ ਮੇਰੇ ਨਾਲ, ਇਹ ਹੋ ਕੀ ਰਿਹਾ, ਮੇਰਾ ਦਰਾਗ ਹੀ ਨਹੀਂ ਰੁਕ ਰਿਹਾ। ਮੈਂ ਕੰਨਾਂ ਵਿੱਚ ਮੇਰੇ ਇੰਨੀ ਜ਼ੋਰ ਜ਼ੋਰ ਦੀ ਸਿਮਰਨ ਚੱਲਦਾ ਹੁੰਦਾ ਸੀਗਾ, ਬਾਣੀ ਚੱਲਦੀ ਹੁੰਦੀ ਸੀ ਕਿ ਮੈਂ ਦੋਨੋਂ ਪਾਸੇ ਸਰਾਣਾ ਜਦੋਂ ਲੇਟਦਾ ਹੁੰਦਾ ਸੀ ਨਾ, ਇੱਕ ਥੱਲੇ ਸਰਾਣਾ ਇੱਕ ਉੱਪਰ ਸਰਾਣਾ, ਉਹ ਸਰਾਣਾ ਰੱਖ ਕੇ ਸੌਂਦਾ ਹੁੰਦਾ ਸੀ ਕਿ ਚਲੋ ਮੈਨੂੰ ਆਵਾਜ਼ ਨਾ ਆਵੇ। ਤੇ ਮਤਲਬ ਇੰਨੀ ਆਵਾਜ਼ ਨਾ ਮੈਂ ਤਾਂ ਵੀ ਮੇਰੇ ਸੁੱਤੇ ਹੋਏ ਨੂੰ ਮੈਨੂੰ ਏਦਾਂ ਲੱਗਣਾ ਕਿ ਮੈਂ ਮਤਲਬ ਕਿ ਅਗਰ ਮੈਂ ਜਿੱਦਾਂ ਮੈਂ ਕਾਲਜ ਚ ਆਉਂਦਾ ਸੀ 5-6 ਵਜੇ ਆਉਂਦਾ ਸੀਗਾ ਤੇ 7:30 ਵਜੇ ਫਿਰ ਨਿਕਲ ਜਾਂਦਾ ਸੀਗਾ, 7:30 ਵਜੇ ਫਿਰ ਰਾਤੀ ਮੈਂ 3 ਵਜੇ ਆਉਂਦਾ ਸੀਗਾ, ਫਿਰ 6 ਘੰਟੇ ਸੋ ਕੇ ਮੇਰੀ ਆਪ ਜੀ ਯਕੀਨ ਕਰੋਗੇ ਸੰਗਤ ਜੀ, ਮੇਰੀ 2-2 ਘੰਟੇ ਵਿੱਚ ਮੇਰੀ 8-8 ਘੰਟੇ ਵਾਲੀ ਨੀਂਦ ਪੂਰੀ ਹੋਣ ਲੱਗ ਗਈ। ਸਿਰਫ ਮਤਲਬ ਕਿ ਬਾਕੀ ਟਾਈਮ ਮੇਰੇ ਕੰਨਾਂ ਚੋਂ ਵੱਜਦੇ ਰਹਿਣਾ ਤੇ ਜਦੋਂ ਮੈਂ ਸੋਣਾ ਤੇ ਮੈਂ ਦੇਖਣਾ ਕਿ ਮੈਂ ਹਜੇ 2 ਹੀ ਘੰਟੇ ਸੁੱਤਾ ਬਸ, ਪਰ 2 ਘੰਟੇ ਮੈਂ ਇੰਨਾ ਵਧੀਆ ਸੋ ਜਾਂਦਾ ਸੀ, ਇੰਨਾ ਵਧੀਆ ਉੱਠ ਜਾਂਦਾ ਸੀਗਾ ਕਿ ਮੈਨੂੰ 1% ਵੀ ਥਕਾਵਟ ਦਾ ਅਹਿਸਾਸ ਨਹੀਂ ਰਹਿੰਦਾ ਸੀਗਾ। ਤੇ ਉਸ ਤੋਂ ਬਾਅਦ ਮੈਨੂੰ ਕਿਸੇ ਇੱਕ ਸਿੰਘ ਸੀ ਭਾਈ ਗੁਰਵਿੰਦਰ ਸਿੰਘ, ਮਤਲਬ ਭਾਈ ਗੁਰਦੁਆਰੇ ਸੀਗੇ, ਤੇ ਮੈਂ ਕਿਹਾ ਵਾਹਿਗੁਰੂ ਮੈਂ ਨਾ ਗੁਰਬਾਣੀ ਪੜ੍ਹਨੀ ਆ। ਤੇ ਕਹਿੰਦੇ ਤੂੰ ਗੁਰਬਾਣੀ ਕਿੱਥੋਂ ਪੜ੍ਹ ਲੇਗਾ, ਕਹਿੰਦਾ ਤੂੰ ਨਹੀਂ ਪੜ੍ਹ ਸਕਦਾ, ਤੇਰੇ ਅਸੀਂ ਕੇਸ ਨਹੀਂ ਹੈਗੇ ਤੋਂ। ਮੈਂ ਕਿਹਾ ਵੀਰ ਜੀ ਕਿੱਥੇ ਲਿਖਿਆ ਕਿ ਜਿਹਦੇ ਕੇਸ ਨਹੀਂ ਹੈਗੇ ਤਾਂ ਉਹ ਗੁਰਬਾਣੀ ਨਹੀਂ ਪੜ੍ਹ ਸਕਦਾ। ਮੈਂ ਕਿਹਾ ਮੱਥੇ ਤੇ ਸਾਰੇ ਟੇਕਣ ਆਉਂਦੇ ਆ, ਤੇ ਮੈਂ ਕਿਹਾ ਜਿਹੜਾ ਮੱਥਾ ਟੇਕਣ ਆਉਂਦਾ ਉਹਨੂੰ ਮਿਲ ਕਿਉਂ ਨਹੀਂ ਸਕਦਾ ਗੁਰੂ ਪਾਤਸ਼ਾਹ ਜੀ ਨੂੰ। ਕਹਿੰਦਾ ਨਹੀਂ ਭਾਈ ਸਾਹਿਬ ਜੀ ਅਸੀਂ ਤੁਹਾਨੂੰ ਪੋਥੀ ਨਹੀਂ ਦੇ ਸਕਦੇ। ਉਹਨਾਂ ਨੂੰ ਸ਼ਾਇਦ ਡਰ ਵੀ ਸੀਗਾ ਕਿ ਮੰਨਾ ਬੰਦਾ ਹੈਗਾ, ਇਹਨੇ ਕੀ ਬਾਣੀ ਪੜ੍ਹਨੀ ਆ। ਤੇ ਮੈਂ ਗੁਰੂ ਪਾਤਸ਼ਾਹ ਜੀ ਕੋਲ ਜਾ ਕੇ ਫਿਰ ਬੈਠ ਗਿਆ। ਮੇਰੇ ਜਿੱਥੋਂ ਮੈਂ ਦੁਨੀਆ ਤੋਂ ਨਕਾਰਿਆ ਨਾ, ਮੈਂ ਆਪ ਜੀ ਨੂੰ ਸੰਗਤ ਜੀ ਗੱਲ ਦੱਸਣਾ ਚਾਹੁੰਦਾ, ਜਿੱਥੇ ਮੈਂ ਦੁਨੀਆ ਤੋਂ ਨਕਾਰਿਆ ਜਿੱਥੇ ਗੁਰੂ ਸਾਹਿਬ ਜੀ, ਮੈਂ ਉੱਥੇ ਜਾ ਕੇ ਗੁਰੂ ਪਾਤਸ਼ਾਹ ਦੀ ਬਾਂਹ ਫੜ ਲਈ। ਜਾਂ ਮੈਂ ਕੀ ਬਾਂਹ ਫੜੀ, ਉਹਨੇ ਮੇਰੀ ਬਾਂਹ ਫੜੀ ਗੁਰੂ ਪਾਤਸ਼ਾਹ ਜੀ ਨੇ। ਤੇ ਏਦਾਂ ਬਾਂਹ ਫੜੀ ਨਾ ਹੁਣ ਤੱਕ ਨਹੀਂ ਛੱਡੀ ਕਦੀ ਗੁਰੂ ਸਾਹਿਬ ਜੀ ਨੇ ਮੇਰੀ ਬਾਂਹ। ਮਤਲਬ ਕਿ ਮੈਂ ਹਜੇ ਉਸ ਤੋਂ ਬਾਅਦ ਫਿਰ ਜਦੋਂ ਮੈਂ ਪੋਥੀ ਲੈ ਕੇ ਆਇਆ, ਪੋਥੀ ਲੈ ਕੇ ਮੈਂ ਗੁਰਬਾਣੀ ਪੜ੍ਹਨੀ, ਗੁਰਬਾਣੀ ਜਦੋਂ ਪੜ੍ਹਦਾ ਹੁੰਦਾ ਸੀ ਮੈਂ ਏਦਾਂ ਪੜ੍ਹਦਾ ਹੁੰਦਾ ਸੀ, ਮੈਨੂੰ ਪਤਾ ਹੁੰਦਾ ਸੀਗਾ ਕਿ ਅਗਲੇ ਅੰਗ ਤੇ ਕੀ ਆਉਣ ਵਾਲਾ ਹੈ। ਮਤਲਬ ਕਿ ਗੁਰਬਾਣੀ ਦਾ ਲਹਿ ਟੁੱਟਦੀ ਨਹੀਂ ਹੁੰਦੀ ਸੀ ਮੇਰੇ ਮੂੰਹ ਤੋਂ ਜਦੋਂ ਮੈਂ ਗੁਰਬਾਣੀ ਪੜ੍ਹਦਾ ਹੁੰਦਾ ਸੀਗਾ। ਤੇ ਜਿੱਦਾਂ ਅਸੀਂ ਅੰਗ ਨੂੰ ਪਲਟੀਦਾ ਹੁੰਦਾ ਨਾ, ਤੇ ਫਿਰ ਵੇਖੀਦਾ ਹੁੰਦਾ ਕਿ ਕਿਹੜੇ ਉਹ ਗੁਰਬਾਣੀ ਕਿਹੜੇ ਸ਼ਬਦ ਚੱਲਦਾ ਅੱਗੋਂ। ਉਹ ਬਹੁਤ ਰੇਅਰ ਵੀ ਮਿਲ ਹੁੰਦਾ ਸੀਗਾ ਕਿ ਜਦੋਂ ਮੈਂ ਉਹ ਵੇਖ ਕੇ ਪੜ੍ਹਦਾ ਹੁੰਦਾ ਸੀਗਾ ਮੇਰੇ ਮੂੰਹ ਤੋਂ ਆਟੋਮੈਟਿਕਲੀ ਚੱਲੀ ਜਾਂਦੀ ਸੀਗੀ। ਫਿਰ ਕੀ ਹੋਇਆ ਮੈਨੂੰ ਨਾ, ਜਿੱਦਾਂ ਫਿਰ ਮੈਂ ਆਇਆ ਇਹਨਾਂ ਦੇ ਸੰਪਰਕ ਦੇ ਵਿੱਚ, ਹੈਰੀ ਸ਼ੈਰੀ ਦੇ ਇੱਕ ਸੁਖਵਿੰਦਰ ਭੁਪਿੰਦਰ ਦੋ ਹੈਗੇ ਆ ਭਰਾ, ਸਗੇ ਭਰਾ ਹੈ ਜੁੜਵਾ, ਤੇ ਉਹਨਾਂ ਦੇ ਸੰਪਰਕ ਵਿੱਚ ਆ ਗਿਆ ਮੈਂ। ਉਹ ਮੈਨੂੰ ਕਹਿੰਦੇ ਕਿ ਮਤਲਬ ਕਿ ਏਦਾਂ ਦਾ ਗੱਲ ਹੈਗੀ ਹੈ। ਮੈਂ ਫਿਰ ਜਿੱਦਾਂ ਮੇਰੇ ਨਾਲ ਇਹ ਭਾਣੇ ਵਰਤਦੇ ਰਹੇ ਤੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਵੀ ਹੋ ਗਿਆ ਸੀਗਾ, ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਮੇਰੇ ਨਾਲ ਕੁਝ ਹੋ ਗਿਆ, ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਹੈ। ਕਿਉਂਕਿ ਉਹ ਬਾਹਮਣ ਵਾਲੀ ਸੋਚ ਸੀ ਮੇਰੀ, ਜਿਹੜੀ ਬਾਹਮਣਾਂ ਵਿੱਚ ਹੁੰਦੀ ਕਿ ਹਾਂ ਵੀ ਕੁਛ ਨੀਂਦ ਹੀ ਹੋ ਰਿਹਾ, ਕੁਛ ਏਦਾਂ ਨਹੀਂ ਹੋ ਰਿਹਾ ਤੇ ਲੱਗਦਾ। ਤੇ ਮੈਂ ਬੜਾ ਪਰੇਸ਼ਾਨ ਹੋ ਗਿਆ। ਮੈਨੂੰ ਫਿਰ ਸੁਖਿੰਦਰ ਭੁਪਿੰਦਰ ਮਿਲੇ, ਕਹਿੰਦੇ ਤੈਨੂੰ ਸੰਗਤ ਚ ਲੈ ਕੇ ਚੱਲਦੇ ਆ, ਚੱਲ ਕੋਈ ਗੱਲ ਨਹੀਂ। ਤੇ ਗੁਰੂ ਪਾਤਸ਼ਾਹ ਜੀ ਨੇ ਸੇਵਾ ਬੇਅੰਤ ਸੇਵਾ ਲਈ ਮੇਰੇ ਤੋਂ, ਤੇ ਕੋਤਕ ਤੇ ਇੰਨੇ ਵਰਤੇ ਨਾ, ਮੈਨੂੰ ਤਾਂ ਕਈ ਯਾਦ ਵੀ ਨਹੀਂ ਹੈਗੇ ਹੁਣ ਤੱਕ ਵਰਤਦੇ ਕੋਤਕ ਦਾ, ਕਿ ਜਿਹੜੀ ਚੀਜ਼ ਮੇਰੇ ਸੋਚ ਵਿੱਚ ਹੁੰਦੀ ਸੀਗੀ ਨਾ, ਉਹ ਪਹਿਲਾਂ ਮੇਰੇ ਅੱਗੇ ਹੁੰਦੀ ਸੀਗੀ। ਮੈਂ ਸੋਚਣਾ ਇੱਕ ਹੁਣ ਇਸ ਤੋਂ ਬਾਅਦ ਜਦੋਂ ਮੈਂ ਬਾਣੀਆਂ ਇੰਨੀ ਜਲਦੀ ਮੈਨੂੰ 5 ਬਾਣੀਆਂ ਕੰਠ ਹੋ ਗਈਆਂ। ਮੈਨੂੰ ਭਾਈ ਸਾਹਿਬ ਜੀ ਇੱਕ ਦਿਨ ਕਹਿੰਦੇ, ਜਦੋਂ ਮੈਂ ਅੰਮ੍ਰਿਤ ਛਕ ਕੇ ਚਲਾ ਗਿਆ, ਹਾਂ ਅੰਮ੍ਰਿਤ ਛਕਣ ਵਾਲੀ ਗੱਲ ਦੱਸਦਾ ਜੀ ਨੂੰ, ਮੈਂ ਪਹਿਲੀ ਵਾਰੀ ਸੰਗਤ ਚ ਗਿਆ ਤੇ ਉੱਥੇ ਮੇਰੇ ਵਾਸਤੇ ਬਿਲਕੁਲ ਨਜ਼ਾਰਾ ਨਵਾਂ ਹੀ ਸੀਗਾ ਕਿ ਉੱਥੇ ਕੀ ਹੋ ਰਿਹਾ ਹੈ, ਕਿੱਦਾਂ ਹੋ ਰਿਹਾ। ਸਾਰੇ ਚਰਨ ਧੂੜ ਚ ਬੈਠੇ ਹੋਏ ਆ, ਕੋਈ ਸਿਮਰਨ ਕਰ ਰਿਹਾ, ਕੋਈ ਸਿਮਰਨ ਕਰਦੇ ਰੋਂਦਾ ਪਿਆ। ਮੈਨੂੰ ਲੱਗਿਆ ਮੈਂ ਕਿਹਾ ਮੈਂ ਕਿਤੇ ਏਦਾਂ ਦੀ ਜਗ੍ਹਾ ਤੇ ਨਹੀਂ ਆ ਗਈ ਜਿੱਥੇ ਕੋਈ ਤਾਂਤਰਿਕ ਤੁੰਤਰਿਕ ਹੁੰਦੇ ਹੋਣ। ਸੋਚ ਏਦਾਂ ਹੀ ਸੀਗੀ ਮੇਰੀ, ਮਤਲਬ ਕਿ ਮੈਂ ਆਪ ਜੀ ਨੂੰ ਦੱਸ ਰਿਹਾ ਸੱਚ ਵਿੱਚ। ਮੈਂ ਕਿਹਾ ਰੋ ਕਿਉਂ ਰਹੇ ਆ। ਫਿਰ ਮੈਨੂੰ ਆਪਣੀ ਯਾਦ ਆ ਕਿ ਮੈਂ ਕਿਹਾ ਤੂੰ ਵੀ ਤਾਂ ਰੋਂਦਾ ਹੁੰਦਾ ਸੀਗਾ, ਕਿਸ ਵਾਸਤੇ ਰੋਂਦਾ। ਮੈਨੂੰ ਉਹ ਕੁਐਸਚਨ ਨਹੀਂ ਮਿਲਿਆ ਅੱਜ ਤੱਕ ਮੈਨੂੰ ਕਿ ਮੈਂ ਰੋਂਦਾ ਕਿਉਂ ਹੁੰਦਾ ਸੀਗਾ, ਕਿਸ ਚੀਜ਼ ਵਾਸਤੇ ਰੋਂਦਾ। ਕਿਉਂਕਿ ਰੋਣ ਵਾਸਤੇ ਜਾਂ ਤਾਂ ਬੜੀ ਖੁਸ਼ੀ ਹੁੰਦੀ ਤਾਂ ਬੰਦਾ ਰੋਂਦਾ, ਜਾਂ ਬੜਾ ਦੁਖੀ ਹੁੰਦਾ ਤਾਂ ਰੋਂਦਾ। ਮੇਰੀ ਜ਼ਿੰਦਗੀ 'ਚ ਦੋਨੋਂ ਹੀ ਨਹੀਂ ਸੀਗੇ। ਤੇ ਮੈਂ ਜਦੋਂ ਵੀ ਕੁਛ ਏਦਾਂ ਦਾ ਰੋਂਦਾ ਹੁੰਦਾ ਸੀ, ਜਦੋਂ ਵਾਹਿਗੁਰੂ ਕੰਨਾਂ 'ਚ ਪੈਂਦਾ ਸੀ ਜਾਂ ਗੁਰੂ ਸਾਹਿਬ ਦੇ ਸਾਹਮਣੇ ਆਉਂਦਾ, ਰੋਂਦਾ ਹੁੰਦਾ ਸੀਗਾ। ਫਿਰ ਮੈਨੂੰ ਸਮਝ ਆਇਆ ਕਿ ਗੱਲ ਇੱਥੇ ਸ਼ਾਇਦ ਮੈਨੂੰ ਇਸ ਚੀਜ਼ ਦਾ ਜਵਾਬ ਮਿਲ ਜਾਏ। ਮੈਂ ਚਰਨ ਧੂੜ ਲੈ ਕੇ ਭਾਈ ਸਾਹਿਬ ਜੀ ਉੱਪਰ ਗਿਆ। ਉੱਪਰ ਭਾਈ ਸਾਹਿਬ ਜੀ ਸੁਮਨ ਕਰਾ ਰਹੇ ਸੀ। ਭਾਈ ਸਾਹਿਬ ਬੜੇ ਸਟ੍ਰਿਕਟ ਰੂਲ ਦੇ ਸੀਗੇ। ਉਹਨਾਂ ਨੇ ਇੱਕ ਟਾਈਮ ਤੱਕ ਆਪਣਾ ਗੇਟ ਖੋਲ ਕੇ ਰੱਖਦੇ ਸੀਗੇ, ਉਸ ਤੋਂ ਬਾਅਦ ਦਰਵਾਜ਼ਾ ਬੰਦ ਕਰ ਲੈਂਦੇ ਸੀ। ਕਹਿੰਦੇ ਇਸ ਤੋਂ ਬਾਅਦ ਹੁਣ ਕੋਈ ਨਹੀਂ ਉੱਪਰ ਆਏਗਾ। ਇੱਕ ਟਾਈਮ ਇਹ ਵੀ ਰੂਲ ਚੱਲਿਆ।
ਤੇ ਮੈਨੂੰ ਕਹਿੰਦੇ ਭਾਈ ਉੱਪਰ ਚੱਲ ਜਾਓ, ਬੈਠ ਜਾਓ। ਤੇ ਸਾਰੀ ਸੰਗਤ ਮੇਰੇ ਤੇ ਜ਼ਿਆਦਾ ਖਿਆਲ ਰੱਖ ਰਹੀ ਸੀ ਕਿ ਹਾਂ ਵੀ ਇਹ ਮੋਨਾ ਬੰਦਾ ਆਇਆ, ਇਹਨੂੰ ਮੌਕਾ ਮਿਲਣਾ ਚਾਹੀਦਾ ਬਹਿਣ ਵਾਸਤੇ। ਤੂੰ ਕਹਿੰਦੇ ਜਾਓ ਤੁਸੀਂ ਉੱਪਰ ਜਾ ਕੇ ਸਿਮਰਨ ਕਰੋ। ਮੈਂ ਸਿਮਰਨ ਕੀਤਾ ਤੇ ਭਾਈ ਮਨਮੀਤ ਸਿੰਘ ਜੀ ਕਥਾ ਕੀਤੀ। ਭਾਈ ਮਨਮੀਤ ਸਿੰਘ ਜੀ ਨੇ ਕਥਾ ਕਰਕੇ ਹਜੇ ਜਸਟ ਹਟੇ ਸੀਗੇ, ਮਤਲਬ ਕਿ ਉਹ ਸਿਮਰਨ ਕਰਨ ਤੋਂ ਬਾਅਦ, ਕਥਾ ਕਰਨ ਤੋਂ ਬਾਅਦ ਉਹਨਾਂ ਨੇ ਸਿਮਰਨ ਸਟਾਰਟ ਕਰਾ ਦਿੱਤਾ। ਫਿਰ ਤੋਂ ਸਿਮਰਨ ਸਟਾਰਟ ਕਰਾ ਦਿੱਤਾ। ਮੈਂ ਇੰਨੀ ਜ਼ੋਰ ਦੀ ਚੀਕਾਂ ਮਾਰ ਕੇ ਵਾਹਿਗੁਰੂ ਮੈਨੂੰ ਬਖਸ਼ ਲਓ, ਪਤਾ ਨਹੀਂ ਮੈਂ ਕਿਉਂ ਕਹੀ ਜਾ ਰਿਹਾ ਸੀਗਾ ਕਿ ਮੈਨੂੰ ਬਖਸ਼ ਲਓ, ਮੈਨੂੰ ਬਖਸ਼ ਲਓ, ਮੈਨੂੰ ਬਖਸ਼ ਲਓ ਸੱਚੇ ਪਾਤਸ਼ਾਹ। ਮੈਨੂੰ ਸਮਝ ਹੀ ਨਹੀਂ ਆ ਰਹੀ ਸੀ, ਮੈਂ ਨਹੀਂ ਬੋਲਣਾ ਚਾਹ ਰਿਹਾ ਪਰ ਤਾਂ ਵੀ ਬੋਲੀ ਜਾ ਰਿਹਾ ਸੀਗਾ। ਨਹੀਂ ਬੋਲਣਾ, ਸੱਚ ਕਹਿ ਰਿਹਾ ਸੰਗਤ ਜੀ, ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ। ਮੈਨੂੰ ਸ਼ਰਮ ਸੀਗੀ ਸੰਗਤ ਦੇ ਵਿੱਚ ਮੈਂ ਕੀ ਕਰ ਰਿਹਾ, ਪਰ ਮੈਂ ਨਹੀਂ ਰੁਕ ਪਾ ਰਿਹਾ ਸੀ ਆਪਣੇ ਆਪ ਦੇ ਵਿੱਚ, ਨਹੀਂ ਰੋਕ ਪਾ ਰਿਹਾ ਸੀ ਆਪਣੇ ਆਪ ਦੇ ਵਿੱਚ। ਮੇਰੀ ਜ਼ੋਰ ਹੀ ਨਹੀਂ ਸੀਗਾ ਮੇਰਾ ਉਸ ਚੀਜ਼ ਤੇ, ਮਤਲਬ ਕਿ ਮੈਂ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੀ ਪਰ ਨਹੀਂ ਹੋ ਰਿਹਾ ਸੀ ਕੰਟਰੋਲ ਮੇਰੇ ਤੋਂ। ਤੇ ਜਿੱਦਾਂ ਸੰਗਤ ਗਈ, ਮੈਂ ਸਾਰੀ ਸੰਗਤ ਚਲ ਗਈ, ਮੈਂ ਰੋਂਦਾ ਰਿਹਾ, ਮੇਰੇ ਨੱਕ ਚੋਈ ਜਾ ਰਿਹਾ ਸੀਗਾ, ਮਤਲਬ ਕਿ ਬਿਲਕੁਲ ਮੇਰਾ ਸਾਰਾ ਮਤਲਬ ਜਿਹੜਾ ਰੁਮਾਲ ਸੀਗਾ ਉਹ ਵੀ ਮਤਲਬ ਕਿ ਗਿੱਲਾ ਹੋ ਗਿਆ ਮੇਰਾ। ਤੇ ਮਨਮੀਤ ਸਿੰਘ ਜੀ ਉੱਪਰ ਆਏ ਤੇ ਮਨਮੀਤ ਸਿੰਘ ਜੀ ਨੇ ਮੇਰੀ ਅੱਖਾਂ ਲਾਲ ਦੇਖੀਆਂ, ਮੈਂ ਰੋ ਕੇ ਮੇਰਾ ਬੁਰਾ। ਮੈਨੂੰ ਕਹਿੰਦੇ ਕੀ ਨਾਮ ਹੈ ਤੁਹਾਡਾ? ਮੈਂ ਕਿਹਾ ਮੇਰਾ ਨਾਮ ਅੰਕੁਰ ਸ਼ਰਮਾ ਹੈਗਾ। ਕਹਿੰਦੇ ਕੀ ਹੋਇਆ ਤੁਹਾਨੂੰ ਅੱਜ? ਮੈਂ ਕਿਹਾ ਮੈਨੂੰ ਬਹੁਤ ਸਾਰੇ ਸਵਾਲ ਹੈਗੇ ਮੇਰੀ ਜ਼ਿੰਦਗੀ ਦੇ, ਮੈਨੂੰ ਦੱਸੋ, ਮੇਰੇ ਨਾਲ ਬਹੁਤ ਕੁਛ ਅਜੀਬ ਅਜਬ ਜਿਹਾ ਹੋ ਰਿਹਾ, ਮੈਨੂੰ ਸਵਾਲ ਚਾਹੀਦੇ ਆ, ਕਿਉਂ ਹੋਇਆ ਮੇਰੇ ਨਾਲ? ਕਹਿੰਦੇ ਕੀ? ਫਿਰ ਉਹਨਾਂ ਨੇ ਮੈਂ ਸਾਰੀ ਡਿਟੇਲ 'ਚ ਦੱਸੀ ਗੱਲ ਕਿ ਮੈਂ ਕਿਹਾ ਮੈਨੂੰ ਕੰਨਾਂ ਵਿੱਚੋਂ ਮੇਰੇ ਵਾਹਿਗੁਰੂ ਨਹੀਂ ਹਟਦਾ, ਮੇਰੇ ਗੁਰਬਾਣੀ ਚੱਲਦੀ ਰਹਿੰਦੀ, ਮੈਂ ਕੰਨਾਂ ਵਿੱਚ ਉਂਗਲੀਆਂ ਪਾਉਂਦਾ, ਰੂਈ ਵੀ ਪਾ ਕੇ ਰੱਖੀ, ਮੈਂ ਸਰਾਣੇ ਵੀ ਲਾ ਕੇ ਰੱਖੇ ਆਪਣੇ ਕੰਨਾਂ ਦੇ ਵਿੱਚ, ਮਤਲਬ ਕਿ ਟਿਕਾ ਕੇ ਰੱਖੇ, ਤਾਂ ਵੀ ਮੇਰੇ ਤੋਂ। ਹੁਣ ਮੈਂ ਕਿਤੇ ਗੁਰੂ ਸਾਹਿਬ ਦੇ ਗੁਰਦੁਆਰੇ ਜਾਂਦਾ ਤੇ ਉੱਥੇ 2-2 ਘੰਟੇ ਜਾਣਾ ਹੁੰਦਾ 5 ਮਿੰਟ ਵਾਸਤੇ, ਤੇ 2.5 ਘੰਟੇ ਮੈਂ ਬੈਠ ਕੇ ਆ ਜਾਂਦਾ, ਮੈਨੂੰ ਪਤਾ ਨਹੀਂ ਲੱਗਦਾ ਹੋ ਕੀ ਰਿਹਾ ਮੇਰੇ ਨਾਲ। ਮੈਂ ਕਿਹਾ ਮੈਂ ਕਿਹਾ ਮੇਰਾ ਰੋਣਾ ਹੀ ਨਹੀਂ ਹਟਦਾ, ਮੇਰੀ ਅੱਖਾਂ ਨਹੀਂ ਸੁੱਕਦੀ ਪਈਆਂ ਹੁਣ ਤੱਕ। ਮੈਂ ਕਿਹਾ ਮੈਂ ਕਈ ਵਾਰੀ ਇੱਥੇ ਆ ਕੇ ਦੇਖਿਆ ਸਾਰੇ ਰੋਂਦੇ ਪਏ ਸੀ, ਮੈਂ ਕਿਹਾ ਕੋਈ ਪਤਾ ਨਹੀਂ ਕੀ ਖੇੜਾ ਇੱਥੇ, ਕਿਉਂ ਏਦਾਂ ਹੋ ਰਿਹਾ ਸਾਰਿਆਂ ਨਾਲ। ਤੇ ਉਹ ਹੱਸਣ ਲੱਗ ਗਏ ਮੇਰੇ ਵੱਲ। ਮੈਂ ਕਿਹਾ ਭਾਈ ਸਾਹਿਬ ਜੀ ਮੈਂ ਤੁਹਾਨੂੰ ਹੱਸਣ ਵਾਸਤੇ ਨਹੀਂ ਕਿਹਾ, ਮੈਨੂੰ ਮੇਰੇ ਜਵਾਬ ਦਿਓ। ਤੇ ਮੈਂ ਕਿਹਾ ਤੁਸੀਂ ਮੇਰੇ ਤੇ ਹੱਸੋ ਨਾ ਪਲੀਜ਼। ਮੈਂ ਕਿਹਾ ਮੈਂ ਬਹੁਤ ਜ਼ਿਆਦਾ ਡਰਿਆ ਹੈਗਾ, ਤੇ ਮੈਨੂੰ ਦੱਸੋ ਅੱਜ ਕੀ ਹੋਇਆ? ਮੈਂ ਨਹੀਂ ਚਾਹੁੰਦਾ ਸੀਗਾ ਬੋਲਣਾ ਇਹ ਵਾਲੀ ਗੱਲ ਕਿ ਮੈਨੂੰ ਬਖਸ਼ ਲਓ। ਕੌਣ ਬੋਲ ਰਿਹਾ ਸੀਗਾ? ਉਹ ਫਿਰ ਹੱਸੀ ਜਾਣ ਮੇਰੇ ਵੱਲ ਤੇ ਕਹਿੰਦੇ ਘਰ ਦੀ ਵਾਪਸੀ ਹੋਣ ਵਾਲੀ ਤੇਰੀ। ਮੈਂ ਕਿਹਾ ਘਰ ਦੀ ਵਾਪਸੀ ਦਾ ਮਤਲਬ ਕੀ ਹੈ ਤੁਹਾਡਾ? ਮੈਂ ਘਰ ਵਿੱਚ ਤਾਂ ਹੈਗਾ ਹੀ ਆ। ਤੇ ਕਹਿੰਦੇ ਨਹੀਂ ਤੈਨੂੰ ਅੰਮ੍ਰਿਤ ਛਕਣਾ ਪੈਣਾ ਹੈ। ਹੁਣ ਅੰਮ੍ਰਿਤ ਛਕਣ ਵਾਲੀ ਗੱਲ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਜਿੱਦਾਂ ਬਸ ਅੰਮ੍ਰਿਤ ਕਿਸੇ ਨੇ ਕਹਿਤਾ ਅੰਮ੍ਰਿਤ ਛਕ ਲਓ, ਉਹਦੀ ਗਲੇ 'ਚ ਗਾਤਰਾ ਪਾ ਦਿਓ ਤੇ ਬਸ ਦੱਸ। ਤੇ ਮੈਂ ਕਿਹਾ ਮੈਨੂੰ ਜੋ ਕਰਨਾ ਕਰਾਓ, ਮੈਨੂੰ ਨਹੀਂ ਪਤਾ, ਇਹ ਚੀਜ਼ ਮੇਰੀ ਠੀਕ ਕਰੋ ਤੁਸੀਂ। ਤੇ ਕਹਿੰਦੇ ਨਹੀਂ ਇਹ ਏਦਾਂ ਨਹੀਂ ਹੁੰਦਾ, ਤੁਹਾਨੂੰ ਇਹਦੇ ਵਾਸਤੇ ਤਿਆਰੀ ਕਰਨੀ ਪੈਣੀ ਹੈ ਪਹਿਲਾਂ। ਤੇ ਚਲੋ ਜੀ, ਉਦੋਂ ਤੋਂ ਮੈਂ ਅੰਮ੍ਰਿਤ ਛਕਿਆ ਨਹੀਂ। ਮੈਨੂੰ ਸਾਰੇ ਮਤਲਬ ਕਿ ਮੈਂ 1 ਮਹੀਨਾ ਮਤਲਬ ਕਿ ਉਹਨਾਂ ਨੇ ਮੇਰੇ ਕਕਾਰ ਪਾ ਦਿੱਤੇ ਏਦਾਂ ਹੀ। ਤੇ ਇੱਕ ਮਹੀਨੇ ਦੀ ਗੱਲ ਹੈ ਕਕਾਰ। ਉਦੋਂ ਮੇਰੀ ਥੋੜੀ ਦਾੜੀ ਆਈ ਹੋਈ ਸੀਗੀ, ਕਿਉਂਕਿ ਮਤਲਬ ਅਸੀਂ ਰੋਜ਼ ਹੀ, ਮੈਂ ਆਪ ਜੀ ਦੱਸਾਂ, ਵਿਸ਼ਵਾਸ ਕਰੋਗੇ ਆਪ ਜੀ ਕਿ ਮਤਲਬ ਕਿ ਏਦਾਂ ਖੇਡ ਵਰਤੀ ਉਦੋਂ ਵੀ। ਹਾਂ, ਜਦੋਂ ਇਹ ਮੈਨੂੰ ਕਿਹਾ ਕਿ ਕਕਾਰ ਛਕਣੀ, ਮੈਂ ਆਪਣੇ ਘਰ ਪੁੱਛਿਆ ਕਿ ਮੈਂ ਕਿਹਾ ਮੈਂ ਅੰਮ੍ਰਿਤ ਛਕ ਲਾਂ। ਮੇਰੇ ਮਾਂ ਪਿਓ ਦਾ ਸਦਮੇ 'ਚ ਆ ਗਏ, ਕਹਿੰਦੇ ਇਹ ਕੀ ਹੋ ਗਿਆ ਤੈਨੂੰ ਕਿਸੇ ਨੇ ਕੁਛ ਕਰ ਦਿੱਤਾ ਲੱਗਦਾ, ਤੂੰ ਕਾਫੀ ਦਿਨਾਂ ਦਾ ਕਹੀ ਜਾ ਰਿਹਾ ਸੀਗਾ। ਮੈਂ ਕਿਉਂਕਿ ਸ਼ੇਅਰ ਕੀਤਾ ਸੀ ਉਹਨਾਂ ਨਾਲ, ਮੇਰੇ ਨਾਲ ਏਦਾਂ ਹੋ ਰਿਹਾ ਕਿ ਮੈਨੂੰ ਨੀਂਦ ਨਹੀਂ ਆ ਰਹੀ ਪ੍ਰੋਪਰਲੀ, ਮੈਂ ਵੈਸੇ ਹੈਗਾ ਠੀਕ ਆ, ਪਰ ਉਹਨਾਂ ਇਹ ਗੱਲ ਕਦੀ ਨਹੀਂ ਦੱਸੀ ਕਿ ਮੇਰੇ ਨਾਲ ਹੋ ਕੀ ਰਿਹਾ ਐਕਚੁਅਲ ਵਿੱਚ। ਕਹਿੰਦੇ ਲੱਗਦਾ ਤੈਨੂੰ ਕੁਛ ਹੋ ਗਿਆ। ਮੈਂ ਕਿਹਾ ਨਹੀਂ ਹੋਇਆ ਕੁਛ ਨਹੀਂ, ਮੈਂ ਸਹੀ ਘਰ ਆ ਰਿਹਾ। ਤੇ ਕਹਿੰਦੇ ਕਿਹੜੇ ਘਰ ਆ ਰਿਹਾ ਤੂੰ, ਕਿੱਥੇ ਆ ਤੂੰ ਇਸ ਟਾਈਮ? ਤੇ ਉਹਨਾਂ ਨੇ ਮੰਨੇ ਹੀ ਨਹੀਂ ਮੇਰੀ ਗੱਲ ਕਿ ਹਾਂ ਵੀ ਉਹ ਮੰਮੀ ਕਹਿੰਦੇ ਤੈਨੂੰ ਪਤਾ ਹੈ ਸਾਡੇ ਕਿਸੇ ਨੇ ਬੁਲਾਣਾ ਨਹੀਂ, ਸਾਨੂੰ ਕਿਸੇ ਨੇ ਚੁਗਾਣਾ ਨਹੀਂ, ਏਦਾਂ ਹੋ ਜਾਣਾ। ਮੈਂ ਕਿਹਾ ਮੰਮੀ ਮੇਰੀ ਗੱਲ ਸੁਣੋ, ਅੱਜ ਤੱਕ ਪੁੱਛਿਆ ਵੀ ਕਿੰਨੇ ਆ ਸਾਨੂੰ? ਤੇ ਮੈਂ ਕਿਹਾ ਤੁਹਾਨੂੰ ਪਤਾ ਤੁਹਾਡੇ ਬੱਚੇ ਕਿਸ ਹਾਲਾਤਾਂ 'ਚ ਪੜ੍ਹੇ ਹੋਏ ਆ? ਕਹਿੰਦੇ ਨਹੀਂ ਤੂੰ ਇਹ ਕਦਮ ਨਹੀਂ ਚੱਕਣਾ। ਮੈਂ ਕਿਹਾ ਠੀਕ ਆ ਮਾਂ ਜੀ, ਮੈਂ ਤੁਹਾਨੂੰ ਇਹ ਬੇਨਤੀ ਕਰਨੀ ਸੀ, ਮੈਨੂੰ ਲੱਗਿਆ ਤੁਸੀਂ ਸਹੀ ਜਵਾਬ ਦਿਓਗੇ ਮੈਨੂੰ ਇੱਕ ਮਾਂ ਹੋਣ ਦੇ ਨਾਤੇ। ਤੇ ਮੈਂ ਕਿਹਾ ਤੁਸੀਂ, ਮੈਨੂੰ ਲੱਗਦਾ ਨਹੀਂ ਕਿ ਤੁਸੀਂ ਮੈਨੂੰ ਸਹੀ ਜਵਾਬ ਦਿੱਤਾ। ਤੇ ਮੈਂ ਠੀਕ ਆ, ਮੈਂ ਫਤਿਹ ਬੁਲਾਈ ਫੋਨ ਕੱਟ ਦਿੱਤਾ। ਮੰਮੀ ਨੇ ਮੈਨੂੰ 9 ਕਾਲਾਂ ਕੀਤੀਆਂ, ਮੈਂ ਨਹੀਂ ਚੱਕਿਆ ਕਾਲ। ਮੈਨੂੰ ਏਦਾਂ ਅਹਿਸਾਸ ਹੋਣ ਲੱਗ ਗਿਆ ਕਿ ਇਹ ਮਾਇਆ ਫੋਨ ਕਰ ਰਹੀ ਆ। ਮੈਂ ਆਪ ਜੀ ਨੂੰ ਸੰਗਤ ਜੀ ਗੱਲ ਦੱਸਣਾ ਚਾਹੁੰਦਾ, ਮੈਨੂੰ ਅੱਜ ਵੀ ਗੱਲ ਯਾਦ ਹੈ ਕਿ ਮੈਨੂੰ ਏਦਾਂ ਫੋਨ ਲੱਗ ਗਿਆ ਕਿ ਇਹ ਮਾਇਆ ਫੋਨ ਕਰ ਰਹੀ ਆ ਤੇ ਇਹਨੇ ਤੈਨੂੰ ਨਹੀਂ ਅੱਗੇ ਵਧਣ ਦੇਣਾ। ਤੇ ਸੱਚੀ ਗੱਲ ਹੈ, ਅਗਰ ਉਧਰ ਮੈਂ ਫੋਨ ਚੱਕ ਲੈਂਦਾ ਨਾ ਤੇ ਸ਼ਾਇਦ ਮੈਂ ਅੱਜ ਇਸ ਰੂਪ 'ਚ ਨਹੀਂ ਹੋਣਾ ਸੀਗਾ। ਤੇ ਮੈਂ ਫਿਰ ਮਤਲਬ ਕਿ ਮੈਨੂੰ ਅੰਮ੍ਰਿਤ ਸੰਚਾਰ ਦੇ ਵਿੱਚ ਜਿੱਦਾਂ ਮੈਂ ਗਿਆ, ਮੈਨੂੰ 5 ਕਕਾਰ ਪਾ ਕੇ ਅੰਦਰ ਭੇਜਿਆ ਗਿਆ। ਤੇ ਮੈਂ ਜਦੋਂ ਪੈਰ ਰੱਖਣ ਲੱਗਾ ਸੀਗਾ ਨਾ ਅੰਮ੍ਰਿਤ ਸੰਚਾਰ ਦੇ ਵਿੱਚ, ਜਦੋਂ ਮਤਲਬ ਕਿ ਜਿਹੜੇ ਬਾਹਰ ਪਹਿਲਾਂ ਸਾਰਾ ਪੁੱਛ ਲਿਆ ਸੰਗਤ ਨੇ, ਜੋ ਸਾਰੀ ਕਾਰਵਾਈ ਹੁੰਦੀ ਆ, ਪੁੱਛਿਆ ਜਾਂਦਾ 5 ਕਕਾਰ ਦੇ ਧਾਰਨੀ ਹੋ, ਕੇਸ਼ੀ ਇਸ਼ਨਾਨ ਕਰ ਲਿਆ, ਕੋਈ ਮੰਦਰੀ ਵਗੈਰਾ ਤਾਂ ਨਹੀਂ ਪਾਈ? ਉਦੋਂ ਮੈਂ ਮੰਦਰੀ ਵੀ ਪਾਈ ਹੁੰਦੀ ਸੀ ਛੋਟੀ ਜਿਹੀ, ਤੇ ਉਹ ਵੀ ਲਾ ਕੇ ਸੁੱਟ ਦਿੱਤੀ। ਤੇ ਮੈਂ ਨਾ ਬੇਨਤੀ ਕੀਤੀ, ਮੈਂ ਕਿਹਾ ਸੱਚੇ ਪਾਤਸ਼ਾਹ ਮੈਨੂੰ ਨਹੀਂ ਪਤਾ ਮੇਰੇ ਨਾਲ ਅੱਜ ਕੀ ਹੋ ਰਿਹਾ ਹੈ,
ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਤੁਹਾਨੂੰ। ਅੱਜ ਮੈਂ ਅੰਦਰ ਆ ਰਿਹਾ, ਇਸ ਜਗ੍ਹਾ ਦੇ ਵਿੱਚ ਆ ਰਿਹਾ, ਮੈਨੂੰ ਨਹੀਂ ਪਤਾ ਇਹਦੇ ਅੰਦਰ ਕੀ ਹੁੰਦਾ, ਪਰ ਮੈਂ ਅੱਜ ਇੱਕ ਗੱਲ ਕਹਿਣਾ ਚਾਹੁੰਦਾ ਕਿ ਅੱਜ ਮੈਂ ਇਹ ਪੈਰ ਅੰਦਰ ਰੱਖ ਲਿਆ ਨਾ, ਤੇ ਮੈਨੂੰ ਕਦੀ ਘਰ ਚੋਂ ਬਾਹਰ ਨਾ ਕੱਢਿਓ। ਫਿਰ ਮੈਂ ਕਿਹਾ ਹਰ ਮੇਰੀ ਦੁਨਿਆਵੀ ਸੋਚ ਨਹੀਂ ਹੈਗੀ ਤੁਹਾਡੇ, ਮੈਂ ਕਿਹਾ ਮੇਰੇ ਕਦੇ ਸਾਥ ਨਾ ਛੱਡਿਓ ਗੁਰੂ ਪਾਤਸ਼ਾਹ ਜੀ। ਮੈਂ ਤੁਹਾਡੇ ਇਹ ਗੱਲ ਮੇਰੀ ਪਤਾ ਕਿਸ ਦਰਮਿਆਨ ਆ, ਜਿੱਥੇ ਪਹਿਰੇਦਾਰ ਖੜਾ ਹੁੰਦਾ, ਦਰਵਾਜ਼ਾ ਖੋਲਣ ਦੇ ਸਾਰ ਤੇ ਅੰਦਰ ਇੱਕ ਦਰਵਾਜ਼ੇ ਦਾ ਫਰਕ ਹੈ ਮੇਰੇ ਤੇ ਇਸ ਗੱਲ ਦੇ ਵਿੱਚ। ਤੇ ਮੈਂ ਇਹ ਗੱਲ ਦਰਵਾਜ਼ਾ ਖੋਲਣ ਤੋਂ ਪਹਿਲਾਂ ਬੇਨਤੀ ਕਰ ਰਿਹਾ ਗੁਰੂ ਸਾਹਿਬ ਜੀ ਨੂੰ, ਗੁਰੂ ਪਾਤਸ਼ਾਹ ਜੀ, ਕਿ ਮੈਨੂੰ ਕਦੀ ਘਰੋਂ ਬਾਹਰ ਨਾ ਕੱਢਿਓ। ਮੈਨੂੰ ਹਮੇਸ਼ਾ ਮੇਰੇ ਮਾਪੇ ਨੇ ਵੀ ਮੇਰਾ ਸਾਥ ਨਹੀਂ ਦਿੱਤਾ, ਮੇਰੇ ਮਾਪੇ ਬਣ ਕੇ ਰਹੋ। ਵਾਹਿਗੁਰੂ ਮੈਨੂੰ ਅੰਦਰ ਭੇਜ ਦਿੱਤਾ ਗਿਆ, ਖੜੇ ਹੋ ਕੇ ਸਾਡੇ ਤੋਂ ਦੜਾ ਕਰਾਇਆ ਗਿਆ। ਜਦੋਂ ਅੰਮ੍ਰਿਤ ਦੀ ਦਾਤ ਦੀ ਕਾਰਵਾਈ ਹੋਈ, ਉਹ 5-6 ਘੰਟੇ ਕਿਆ ਸਾਰਾ ਸੁਨਹਿਰਾ ਜਿਹਨੂੰ ਕਹਿੰਦੇ ਨਾ, ਸੁਨਹਿਰਾ ਹੀ ਰਿਹਾ ਸਾਰਾ ਕੁਛ। ਮਤਲਬ ਕਿ ਨਾ ਮੈਨੂੰ ਕੋਈ ਬੰਦਾ ਦਿਖਿਆ ਤੇ ਨਾ ਕੋਈ ਮੈਨੂੰ 5 ਪਿਆਰੇ ਦਿਖੇ, ਤੇ ਇੰਨੀ ਬਸ ਮਤਲਬ ਕਿ ਕਾਰਵਾਈ ਸਾਰੀ ਪੂਰੀ ਹੋਈ ਹੈ, ਪਰ ਜੋ ਅੰਦਰ ਦੀ ਕਾਰਵਾਈ ਏਦਾਂ ਦੀ ਹੋਈ ਕਿ ਬਸ ਉਹ ਨਜ਼ਾਰੇ, ਉਹ ਜਗ੍ਹਾ, ਉਹ ਬੋਲਣ ਦਾ ਤਰੀਕਾ ਸਿੰਘਾਂ ਦਾ, ਉਹ ਅੱਜ ਮਤਲਬ ਕਿ ਕਈ ਵਾਰੀ ਸੱਚੀ ਮੈਂ ਸੋਚਦਾ ਹੁੰਦਾ ਕਿ ਕੀ ਖੇਡ ਸੀਗੀ। ਤੇ ਜਦੋਂ 50 ਪਿਆਰਿਆਂ ਨੇ ਸਾਰੇ, ਉਦੋਂ ਥੋੜਾ ਜਿਹਾ ਸੁਰਤ ਵਿੱਚ ਆਇਆ ਤੇ ਬਿਲਕੁਲ ਮੈਨੂੰ ਉਹ ਹੀ ਨਹੀਂ ਸੀਗਾ, ਮੇਰਾ ਅੱਖਾਂ ਖੋਲਣ ਦਾ ਮਨ ਹੀ ਨਹੀਂ ਕਰ ਰਿਹਾ ਸੀਗਾ। ਸੰਗਤ ਕਹਿੰਦੀ 50 ਪਿਆਰਿਆਂ ਨੇ ਕਿਹਾ ਕਿ ਖੜੇ ਹੋ ਕੇ ਨਾਮ ਉਹ ਮਤਲਬ ਕਿ ਬੋਲ ਮੰਤਰ ਕਰਾਉਣਾ ਹੈ, ਤੇ ਮੇਰੇ ਤੋਂ ਖੜੇ ਹੋਣ ਦੀ ਹਿੰਮਤ ਹੀ ਨਹੀਂ ਸੀਗੀ। ਤਾਂ ਚਲੋ ਬੜੀ ਹਿੰਮਤ ਕਰਕੇ ਖੜਾ। ਮੇਰਾ ਜਦੋਂ ਉਸ ਟਾਈਮ ਮੇਰਾ ਬੜਾ ਵਿਰਾਗ ਨਿਕਲਿਆ ਜਦੋਂ 50 ਪਿਆਰਿਆਂ ਨੇ ਕਿਹਾ ਕਿ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਭਰਾ ਸਾਹਿਬਜ਼ਾਦੇ। ਵਾਹਿਗੁਰੂ ਤੁਸੀਂ ਯਕੀਨ ਕਰੋਗੇ ਕਿ ਜਦੋਂ ਮੈਂ ਅੱਜ ਬਾਹਰ ਜੋ ਬੋਲ ਕੇ ਆਇਆ, 50 ਪਿਆਰਿਆਂ ਨੇ ਸੇਮ ਉਹੀ ਗੱਲ ਬੋਲੀ ਮੇਰੇ ਸਾਹਮਣੇ ਕਿ ਤੇਰੇ ਪਿਤਾ ਗੁਰੂ ਗੋਬਿੰਦ ਸਿੰਘ, ਤੇਰੀ ਮਾਂ ਸਾਹਿਬ ਕੌਰ ਤੇ ਤੇਰੇ ਭਰਾ ਸਾਹਿਬਜ਼ਾਦੇ। ਮੈਂ ਇੰਨੀ ਜ਼ੋਰ ਦੀ ਰੋਇਆ ਉੱਥੇ। ਮੈਂ ਕਿਹਾ ਸੱਚੇ ਪਾਤਸ਼ਾਹ ਤੁਸੀਂ ਮਤਲਬ ਕਿ ਕਿੱਦਾਂ ਵਰਤ ਲੈਂਦੇ ਹੋ ਇੰਨੀ ਜਲਦੀ ਕਿਸੇ ਨਾਲ। ਮੈਨੂੰ ਇਹ ਨਹੀਂ ਕੁਐਸਚਨ ਸਮਝ ਆ ਰਿਹਾ ਸੀ ਗੁਰੂ ਪਾਤਸ਼ਾਹ ਜੀ, ਜਿਹੜੀ ਗੱਲ ਮੈਂ ਹੁਣ ਤੱਕ ਤੁਹਾਡੇ ਨਾਲ ਕਰਦਾ ਤੁਸੀਂ ਮਿੰਟ 'ਚ ਮੇਰੀ ਗੱਲ ਆ ਕੇ ਨੇੜੇ। ਇਹ ਭਰੋਸਾ ਤਾਂ ਏਦਾਂ ਵਧਾਤਾ ਸੀ ਗੁਰੂ ਸਾਹਿਬ ਨੇ ਕਿ ਬਸ ਮਤਲਬ ਕਿ ਕੋਈ ਮੈਨੂੰ ਲੋੜ ਹੀ ਨਹੀਂ ਸੀ ਕਿਸੇ ਦੀ, ਨਾ ਮੈਨੂੰ ਮਾਂ ਦੀ ਲੋੜ, ਨਾ ਮੈਨੂੰ ਪਿਓ ਦੀ ਲੋੜ, ਮੈਨੂੰ ਕਿਸੇ ਬਸ ਮੈਨੂੰ ਹੁਣ ਏਦਾਂ ਮੇਰੇ ਉੱਪਰ ਕਹਿੰਦੇ ਨਾ ਇੱਕ ਸੱਚਾ ਦੋਸਤ ਮਿਲ ਜਾਣਾ ਹਨਾ, ਕਿ ਬਸ ਜਿਹੜੀ ਗੱਲ ਸੁਣਿਆ ਤੇ ਉਹ ਇੱਕਦਮ ਅੱਗੇ। ਤੇ ਇੰਨੀ ਜਲਦੀ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਉਹ ਫਿਰ ਹੁਣ ਉਸ ਤੋਂ ਬਾਅਦ ਸੁਣੋ, ਜਦੋਂ ਮੈਂ ਇਹ ਗੱਲ ਕਹੀ ਕਿ ਮੈਨੂੰ ਛੱਡਿਓ ਨਾ ਕਦੀ, ਤੇ ਹੁਕਮ ਆਇਆ ਸੀ ਗੁਰਪੂਰੇ ਚੰਨੀ ਲਾਇਆ ਹਰ ਸੰਗ ਸਹਾਈ ਪਾਇਆ, ਜੈ ਜਾਈਏ ਤਾਂ ਸੁਹੇਲੇ ਕਰ ਕਿਰਪਾ ਪ੍ਰਭੁਲੇ। ਇਹ ਹੁਕਮ ਆਇਆ ਮੇਰੇ ਮਤਲਬ ਕਿ ਜਦੋਂ ਮੈਂ ਅੰਮ੍ਰਿਤ ਛਕਿਆ। ਹੁਣ ਮੈਨੂੰ ਕਹਿੰਦੇ ਕਿ ਤੁਹਾਡਾ ਨਾਮ ਅੰਕੁਰ ਸ਼ਰਮਾ ਹੈਗਾ ਤੇ ਹੁਣ ਨਾਮ ਚੇਂਜ ਕਰਨਾ। ਮੈਂ ਕਿਹਾ ਤੁਸੀਂ ਮੈਨੂੰ ਨਹੀਂ ਪਰਵਾਹ, ਮੇਰੇ ਸਰਟੀਫਿਕੇਟ ਦਾ ਅੰਕੁਰ ਸ਼ਰਮਾ ਚੜੇ ਜਾਂ ਗੁਰਨੂਰ ਸਿੰਘ ਚੜੇ, ਮੈਂ ਕਿਹਾ ਜੋ ਕਰਨਾ ਕਰ ਦੋ। ਤੇ 50 ਪਿਆਰੇ ਨਾਮ ਰੱਖਿਆ, ਸੰਗਤ ਤੇ ਨਾਮ ਰੱਖਿਆ ਗੁਰਨੂਰ ਸਿੰਘ, ਮੈਂ ਪ੍ਰਵਾਨ ਕਰ ਲਿਆ। ਤੇ ਮੈਂ ਆਪਣੇ ਹੁਣ ਬਿਲਕੁਲ ਚੇਂਜ ਹੋ ਗਿਆ। ਹੁਣ ਚੰਡੀਗੜ੍ਹ ਆਇਆ, ਚੰਡੀਗੜ੍ਹ ਆ ਕੇ ਮੈਂ ਅਗਲੇ ਦਿਨ ਦਸਤਾਰ ਸਜਾਈ ਹੋਈ ਸੀ, ਗਾਤਰਾ ਪਾਇਆ ਸੀਗਾ, ਸ਼੍ਰੀ ਸਾਹਿਬ ਵੀ ਮੈਂ ਉਦੋਂ 12 ਇੰਚ ਵਾਲੀ ਪਾਈ ਹੋਈ ਸੀਗੀ। ਹੁਣ ਕੌਲੀ 'ਚ ਪੈਰ ਰੱਖਿਆ ਤੇ ਸਾਰੇ ਮੇਰੇ ਵੱਲ ਵੇਖ ਕੇ ਹੱਸਣ। ਤੇ ਉਦੋਂ ਭੁਪਿੰਦਰ ਸਿੰਘ ਵੀ ਹੁਣਾ ਵੀ, ਭੁਪਿੰਦਰ ਸਿੰਘ ਨੇ ਅੱਜ ਅੰਮ੍ਰਿਤ ਨਹੀਂ ਛਕਿਆ ਸੀਗਾ ਉਦੋਂ। ਇਹ ਸਮਝਦਾ ਸੀਗਾ ਕਿ ਇਹ ਕੁਛ ਖੇਡ ਹੈਗੀ ਹੈ। ਤੇ ਮੇਰਾ ਸਿਲੈਕਸ਼ਨ ਹੋ ਗਿਆ ਸੀਗਾ 158 ਵਿੱਚ ਬੱਚਿਆਂ ਵਿੱਚੋਂ, ਮਤਲਬ ਕਿ ਕਾਲਜ ਵਾਸਤੇ। ਪਰ ਜਦੋਂ ਉਹਨਾਂ ਨੇ ਮੇਰੇ ਸਿਰ ਤੋਂ ਦਸਤਾਰ ਦੇਖੀ, ਗਾਤਰਾ ਦੇਖਿਆ, ਤੇ ਮੈਨੂੰ ਸਾਰੇ 50 ਬੱਚਿਆਂ ਦੇ ਵਿੱਚ ਮੇਰੇ ਰੱਜ ਕੇ ਉਹਨਾਂ ਨੇ ਮੈਨੂੰ ਬੇਇੱਜ਼ਤੀ ਕੀਤੀ। ਕਹਿੰਦੇ ਤੂੰ ਕੀ ਮਜ਼ਾਕ ਬਣਾਇਆ, ਦਸਤਾਰ ਬੰਨ ਕੇ ਆ ਗਿਆ, ਤੂੰ ਅਕਸ਼ਰ ਸਾਹਿਬ ਪਾ ਕੇ ਆ ਗਿਆ। ਮੈਂ ਉਹ ਮੈਨੂੰ ਲੱਗਿਆ ਨਹੀਂ ਮੈਨੂੰ ਕੁਛ ਕਹਿੰਦਾ ਪਿਆ। ਮੈਂ ਆਪਣੇ ਮਨ 'ਚ ਮੁਸਕਰਾਈ ਜਾ ਰਿਹਾ, ਆਪਣਾ ਸਿਮਰਨ ਕਰੀ ਜਾ ਰਿਹਾ ਅੰਦਰੋਂ। ਮੈਨੂੰ ਸੁਣਾਈ ਨਹੀਂ ਦਿੱਤਾ ਉਹਨੇ ਕੀ ਕਿਹਾ, ਬਸ ਇੰਨੀ ਗੱਲਾਂ ਸੁਣਾਈ ਦਿੱਤੀਆਂ ਕਿ ਜਦੋਂ ਬੋਲਣਾ ਸਟਾਰਟ ਹੋਇਆ ਉਦੋਂ ਮੈਂ ਸਿਮਰਨ ਕਰਨਾ ਸਟਾਰਟ ਕਰ ਦਿੱਤਾ। ਮੈਂ ਕਿਹਾ ਹੁਣ ਮੈਨੂੰ ਇਹ ਵੀ ਮਹਿਸੂਸ ਨਹੀਂ ਹੋਇਆ ਕਿ ਮੈਂ ਕਿੰਨਾ ਵਿੱਚ ਖੜਾ ਹੋਇਆ, ਕੀ ਬੋਲਿਆ ਉਹਨੇ, ਮੈਨੂੰ ਕਿੰਨਾ ਕੁਛ ਕਿਹਾ। ਤੇ ਬਾਅਦ 'ਚ ਮੈਨੂੰ ਮੇਰੇ ਦੋਸਤਾਂ ਨੇ ਦੱਸਿਆ, ਕਹਿੰਦੇ ਤੇਰੀ ਰੱਜ ਕੇ ਬੇਇੱਜ਼ਤੀ ਕੀਤੀ ਉਹਨਾਂ ਨੇ। ਮੈਂ ਕਿਹਾ ਕੋਈ ਗੱਲ ਨਹੀਂ, ਮੈਂ ਬੇਇੱਜ਼ਤੀ ਸਹਿ ਲਾਂਗਾ। ਮੈਂ ਕਿਹਾ ਉਹਨੂੰ ਕੀ ਪਤਾ ਜੋ ਮੈਂ ਚੱਖ ਰਿਹਾ ਹੈਗਾ ਹੁਣ ਅੰਦਰ, ਮੇਰੇ ਅੰਦਰ ਜੋ ਚੱਲਦਾ ਪਿਆ ਉਹਨੂੰ ਨਹੀਂ ਸਮਝ ਆ ਗਈ ਇਸ ਚੀਜ਼ ਦਾ, ਤਾਂ ਉਹਨੇ ਇਹੀ ਬੋਲਣਾ। ਤੇ ਮੈਂ ਇੰਟਰਵਿਊ ਵੀ ਛੱਡ ਦਿੱਤਾ। ਇੱਕ ਇੰਟਰਵਿਊ ਆਇਆ, ਫਿਰ ਉਦੋਂ ਦੇਖੋ ਗੁਰੂ ਪਾਤਸ਼ਾਹ ਜੀ ਕਿੱਦਾਂ ਵਰਤੇ। ਮੈਂ ਅਰਦਾਸ ਕਰਕੇ ਵੜਿਆ, ਉਹ ਸਾਡੇ ਨਾ ਜਿਹੜੀ ਹੁੰਦਾ ਸੀਗਾ, ਤੇ ਅਰਦਾਸ ਕਰਕੇ ਵੜਿਆ ਮੈਂ, ਗੁਰੂ ਪਾਤਸ਼ਾਹ ਜੀ ਇਸ ਕੰਪਨੀ ਸਿਲੈਕਸ਼ਨ ਤਾਂ ਕਰਾਇਓ ਜੇ ਅਗਰ ਜਦੋਂ ਸੰਗਤ ਸਿਮਰਨ ਨਾ ਮਿਲਿਆ ਤਾਂ ਮੈਂ ਨਹੀਂ ਕਰਨੀ ਜੋਬ, ਤੁਹਾਨੂੰ ਮੈਂ ਦੱਸਦਾ ਜੇ। ਮੈਂ ਕਿਹਾ ਮੈਂ ਨਹੀਂ ਤੁਹਾਡਾ ਉਂਗਲੀ ਛੱਡਣੀ, ਹੁਣ ਤੁਸੀਂ ਮੇਰੀ ਉਂਗਲੀ ਫੜੀ ਤੁਹਾਨੂੰ ਛੱਡਿਓ ਨਾ, ਪ੍ਰੋਮਿਸ ਕੀਤਾ ਸੀਗਾ। ਉਹ ਬੰਦਿਆਂ ਨੇ ਸਿਲੈਕਸ਼ਨ ਕੀਤਾ ਮੇਰਾ, ਮੈਨੂੰ ਕਹਿੰਦੇ ਕਿ ਤੁਹਾਡਾ ਦੇਵਯਾਨੀ ਇੰਟਰਨੈਸ਼ਨਲ ਵਿੱਚ ਹੋ ਗਿਆ
ਤੁਹਾਡਾ ਦਿੱਲੀ ਤੋਂ ਮਲੇਸ਼ੀਆ, ਦਿੱਲੀ ਤੋਂ ਸਿੰਗਾਪੁਰ ਵਾਲੀ ਤੁਹਾਡੀ ਇਹ ਫਲਾਈਟਾਂ ਵਿੱਚ ਤੁਹਾਡਾ ਕੰਮ ਹੈ। ਤੇ ਮੈਂ ਕਿਹਾ ਟਾਈਮਿੰਗ ਕੀ ਰਹੇਗੀ? ਕਹਿੰਦੇ ਇਹਦੇ ਵਿੱਚ ਕੋਈ ਟਾਈਮਿੰਗ ਨਹੀਂ, ਆਉਣ ਦਾ ਟਾਈਮਿੰਗ ਹੈ, ਜਾਣ ਦੀ ਕੋਈ ਟਾਈਮਿੰਗ ਨਹੀਂ। ਤੇ ਮੈਂ ਕਿਹਾ ਫਿਰ ਮੈਂ ਆਪਣੇ ਮਨ 'ਚ ਉਸੇ ਵੇਲੇ ਬੈਠ ਕੇ ਸੋਚਿਆ, ਮੈਂ ਕਿਹਾ ਸੰਗਤ ਤਾਂ ਹੈ ਨਹੀਂ, ਮੈਂ ਕਿਹਾ ਮੈਂ ਨਹੀਂ ਕਰਨੀ ਜੋਬ ਇਹ ਵਾਲੀ। ਤੇ ਕਹਿੰਦੇ ਕੀ ਮੀਨ ਹੈ ਤੁਹਾਡਾ ਨਹੀਂ ਕਰਨੀ ਤੁਸੀਂ? ਮੈਂ ਕਿਹਾ मैं मेरे को नहीं चाहिए जॉब ये वाली। तो कहता बैठो बैठो, आपको पानी चाहिए? मैं कहा नहीं, मन को पानी नहीं चाहिए। मैं कहा तो नहीं करनी जॉब ये वाली। कह रहे क्यों नहीं करनी? अच्छा रीजन तो बताओ। इस जॉब के पीछे हमने 60 लड़कों को पीछे छोड़ा है, आपके 4 लड़कों की सिलेक्शन हुई है, तो आपने क्यों नहीं करी जॉब? मैं कहा यहाँ पे संगत नहीं है। और मेरी वाल वेख के गल सुन के वो एक दूसरे वाल जा रहे वेखना, कहने संगत नहीं है, क्या क्या मतलब है इसका? मैं कहा संगत नहीं है यहाँ पे। मैं कहा मैं क्या करूंगा पैसे का बताओ? मैं कहा मेरे को भी संगत ही नहीं मिलेगी, सेवा ही नहीं मिलेगी, सिमरन नहीं मिलेगा मेरे को, पूरे दिन मैं ऐसे ही रहता हूँ। ਉਹ ਬੰਦੇ ਦੀ ਪਤਾ ਨਹੀਂ ਕੀ ਵਰਤਿਆ, ਉਹਨੇ ਆਪਣੀ ਮਤਲਬ ਕਿ ਕੁਰਸੀ ਖੜੀ ਕੀਤੀ ਤੇ ਮੇਰੇ ਕੋਲ ਆ ਕੇ ਨਾ ਮੇਰੇ ਸ਼ੋਲਡਰ 'ਤੇ ਹੱਥ ਰੱਖਿਆ ਤੇ ਕਹਿੰਦਾ ਖੜਾ ਹੋ ਜਾ। ਤੇ ਕਹਿੰਦਾ ਮੈਨੂੰ ਸਾਈਡ ਤੇ ਲੈ ਕੇ ਬੋਲਿਆ, कहता कि यार एक बात बता, तूने क्यों इसीलिए ठुकरा रहा है जॉब ये वाली? मैं कहा हाँ, मैं इसी वाले ठुकरा रहा है जॉब की, मैंने संगत नहीं मिलनी। वाहिगुरु जी उन्हें मैंने हग्गी मतलब कुट की जफी पाई। कहता यार मैनू नहीं पता सी ये चीज़ भी इन्नी मैटर करती है। तो मेरे उधरों मेरे सर नूं दस दिता कि ये जॉब वास्ते मना करता पाया। वो मेरे गल पै गए, कहते तू क्यों नहीं जॉब लै रहा, इदा नहीं लै रहा, तुहानूं प्लेसमेंट वास्ते असीं बंदे बुलांदे बाहरों। ये उस तो बाद जो मेरे नाल कौतक वरतने शुरू होए, मैं खरड़ आ गया। खरड़ आके मतलब कि वाहिगुरू एक सीन दसदा तुहानूं, विश्वास शायद गुरु पातशाह बड़े औखा करना इस चीज़ ते, मैनूं भी नहीं समझ आया सीगा। मैं खिचड़ी धरी सीगी, सिमन कर लग गया। वाहिगुरू तुसीं मनोगे कि मैं खिचड़ी धर के सिमन कर लगा, सिमन करते करते मैनूं नहीं पता मैं कित्थे चला गया, कित्थे मेरी सुरत जुड़ गई। ते बट मतलब कि सिमन इन्ना टिका के मन होया। ते जदों मैं मतलब कि खड़ा होया ਤੇ ਉਹਦਾ ਕੁੱਕਰ ਫਟਿਆ ਹੋਇਆ ਸੀਗਾ, ਮਤਲਬ ਕਿ ਕੁੱਕਰ ਦੇ ਸੱਚੀ ਚਿੱਥੜੇ ਉੜੇ ਹੋਏ ਸੀਗੇ ਉਹਦੇ। ਪਰ ਮੈਨੂੰ ਇੱਕ ਵਾਰੀ ਵੀ ਕਹਿੰਦੇ ਜਦੋਂ ਕੁੱਕਰ ਫਟਦਾ ਤੇ ਉਹ ਚੰਗੀ ਧਮਾਕੇ ਦੀ ਆਵਾਜ਼ ਆਉਂਦੀ ਹੈ। ਪੂਰੀ ਦੀਵਾਰ ਤੇ ਖਿਚੜੀ ਚਿਪਕੀ ਹੋਈ ਸੀਗੀ ਤੇ ਬਟ ਮੈਨੂੰ ਪਤਾ ਹੀ ਨਹੀਂ ਕਿ ਉੱਥੇ ਕੀ ਹੋਇਆ ਮੇਰੇ ਨਾਲ। ਤੇ ਚੰਗਾ ਬੰਦਾ ਵੀ ਸੁਰਤ ਦੀ ਇੰਨੀ ਬਖਸ਼ਿਸ਼ ਹੁੰਦੀ ਹੈ ਕਿ ਤੁਹਾਡੇ ਸਾਹਮਣੇ ਕੀ ਵਰਤ ਰਿਹਾ ਤੁਹਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਚੱਲਦਾ। ਫਿਰ ਮੈਂ ਉਸ ਸਾਰੀ ਦੀਵਾਰ ਨੂੰ ਧੋਤਾ, ਕੁੱਕਰ ਨੂੰ ਸੁੱਟਿਆ। ਤੇ ਬਖਸ਼ਿਸ਼ਾਂ ਵਾਹਿਗੁਰੂ, ਮੈਂ ਤੁਹਾਨੂੰ ਇੱਕ ਗੱਲ ਇਹ ਮੰਨਦਾ, ਫਿਰ ਮੈਂ ਕਿੰਨੀਆਂ ਬਖਸ਼ਿਸ਼ਾਂ ਗਿਣਾਵਾਂ ਤੁਹਾਨੂੰ, ਮੈਂ ਅੱਧੇ ਘੰਟੇ 'ਚ ਇਸ ਚੀਜ਼ ਨੂੰ ਨਹੀਂ ਬਿਆਨ ਕਰ ਸਕਦਾ। ਵਾਹਿਗੁਰੂ ਜੀ ਸੰਗਤ ਨੂੰ ਵੀ ਮੈਂ ਬੇਨਤੀ ਕਰਦਾ ਪਿਆ ਕਿ ਮੇਰੇ ਕੋ ਅਗਰ ਤੁਸੀਂ ਮੈਨੂੰ ਕਹਿ ਦੋ ਨਾ ਗੁਰਨੂਰ ਤੂੰ ਲਾਖ ਜੇਬਾ ਦੇਵੋ ਮੇਰੇ ਪਿਆਰੇ ਚਿਤ ਮੁਖ ਰਾਧੇ ਤੇਰਾ ਰਾਮ, ਉਹ ਵਾਲੀ ਗੱਲ ਹੈ। ਮੈਂ ਵਾਹਿਗੁਰੂ ਮੈਂ ਲੱਖਾਂ ਜੀਬਾਂ ਚਾਹੀਦੀਆਂ ਮੈਨੂੰ ਆਪਣੀ ਗੱਲ ਦੱਸਣ ਵਾਸਤੇ। ਅੱਧੇ ਘੰਟੇ 'ਚ ਮੈਂ ਆਪਣੀ ਜ਼ਿੰਦਗੀ ਦੇ ਉਹ ਪਿਆਰੇ ਪਲ ਨਹੀਂ ਬਿਆਨ ਕਰ ਸਕਦਾ ਕਿ ਜਿਸ ਨੇ। ਬਸ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਇਸ ਤੋਂ ਬਾਅਦ ਕਿ ਮੈਨੂੰ ਆਨੰਦ ਕਾਰਜ ਤੋਂ ਬੜਾ ਡਰ ਲੱਗਦਾ ਹੁੰਦਾ ਸੀਗਾ ਕਿ ਮੈਂ ਆਨੰਦ ਕਾਰਜ ਕਰ, ਮੈਨੂੰ ਪਤਾ ਨਹੀਂ ਕਿਹੋ ਜਿਹੀ ਸਿੰਗਣੀ ਮਿਲੇਗੀ ਕਿ ਮੈਨੂੰ ਨਾਮ ਜਪਣ ਦੇਗੀ ਨਹੀਂ, ਕਿਉਂਕਿ ਭਾਈ ਸਾਹਿਬ ਨਾਲ ਰਹਿ ਕੇ ਥੋੜਾ ਜਿਹਾ ਸੰਗਤ ਵੀ ਉਸ ਹਿਸਾਬ ਨਾਲ ਹੋ ਗਈ ਸੀ, ਕਈ ਸੀਨ ਦੇਖ ਲਏ ਸੀਗੇ ਤੇ ਡਰ ਲੱਗਦਾ ਹੁੰਦਾ ਸੀਗਾ। ਮੈਂ ਨਾ 4 ਸਾਲ ਪਹਿਲਾਂ ਇਹ ਅਰਦਾਸ ਸ਼ੁਰੂ ਕਰਤੀ ਸੀ। ਬੜੀ ਪਿਆਰੀ ਗੱਲ ਹੈ, ਜਿਹੜੇ ਕਈ ਸਾਡੇ ਵਿੱਚ ਅਨਮੈਰਿਡ ਵੀ ਹੋਣੇ ਆ ਸਾਡੀ ਸੰਗਤ ਦੇ ਵਿੱਚੋਂ, ਮੈਂ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਇਹ ਗੱਲ ਸੁਣਨ ਵਾਲੀ ਹੈਗੀ ਆ। मैं अरदास करता हूँ से संजोग करो मेरे प्यारे, जित रसना हर नाम उचारे, वही साजन वही मीत प्यारे, जो हमको हर नाम उतारे, जिन्हां दे संदड़े दुरमत वंजे मित्र साजड़े से। मैं रोज एक ही अरदास करनी शुरू कर दी। ते मतलब इसी वास्ते कि मैनू चंगा जीवन साथी चाहिए, क्योंकि भगत न जी ने मंगया करके गए चंगी जनता न लेवे, मंगी वाली गल ये गल समझ आ गई सी कि ये मिल जाएगा, इस घर दे विच ये चीज़ मिल जाएगी। मैं वाहिगुरू बड़े रिश्ते आए, कई ने शुकराता कि इन्हें बाद चो हिंदू बन जाना, अपनी घर विआह करना। हुण कई ने जात पात वेख के, कई ने तो साफ ही जो पहला हाँ कर दी पता लगना कि हिंदू सीगा, बाहर कट देना कि भाई नहीं इत्थे नहीं कहना सजे आप सोचा कुड़ी नूं पढ़ा लीए इदा कर लीए। मैं कुछ सदा शुक्र मैं जो होना हो ही जाना। तो वाहिगुरू मैं एक दिन फिर गुरु साहब नूं कहा, मैं गुरु पातशाह जी तुहाडे घर विच किस चीज़ की कमी है? मैं नहीं चाह मैनूं कोई गल नहीं हैगी कि मैनूं आनंद कारज करना है, पर मैं कहा जलील तो ना करो ना इदा। मैं इदा ही कहता हुंदा सीगा, सच्ची मैंने गल करने का तरीका भी इदा ही सी मेरा कि गुरु साहब हजे भी इदा ही मैं करदा गल। मैं गुरु साहब जलील तो ना करो ना इन्ना, कहते कि हिंदू बन जाएगा, वो कोई कहता कि तू हिंदू हाँ इदा। तो मैं कहा गुरु पातशाह तुहाडे घर च किस चीज़ की कमी है? तो वाहिगुरू विश्वास करोगे मैनू फोन आया सिंगनी दे, सिंगनी नूं मैं संगत च मिलिया होया सीगा ते मतलब कि अखंड कीर्तन जत्थे वाली संगत विचों, बस इन्ना ही पता सीगा। ते मैनू फोन आया कि तुहाडे वास्ते आनंद कारज वास्ते बीबी देखी है।
ਤੇ ਮੈਂ ਕਿਹਾ ਨਹੀਂ, ਮੈਂ ਕਹਿੰਦਾ ਮੈਂ ਦੱਸੋ ਕਿਹੜੀ ਬੀਬੀ? ਜਦੋਂ ਬੀਬੀ ਬਾਰੇ ਪਤਾ ਚੱਲਿਆ ਮੈਂ ਕਿਹਾ ਮੈਂ ਤੈਨੂੰ ਭੈਣ ਜੀ ਕਹਿੰਦਾ ਹੁੰਦਾ ਸੀਗਾ, ਮੈਂ ਕਿਹਾ ਮੈਂ ਨਹੀਂ ਕਰਾਉਣਾ ਇਹਦੇ ਨਾਲ ਵਿਆਹ। ਤੇ ਕਹਿੰਦੇ ਸੰਗ ਵਿਆਹ ਤੋਂ ਪਹਿਲਾਂ ਸਾਰੇ ਆਨੰਦ ਕਾਰਜ ਤੋਂ ਪਹਿਲਾਂ ਸਾਰੀ ਭੈਣਾਂ ਹੀ ਹੁੰਦੀਆਂ, ਤੂੰ ਕੋਈ ਅਨੋਖਾ ਜੰਮਿਆ ਹੈਗਾ। ਮੈਂ ਕਿਹਾ ਮੈਂ ਚੁੱਪ ਕਰ ਗਿਆ ਉੱਥੇ। ਤੇ ਇਹਦੇ ਪਿਤਾ ਜੀ ਦਾ ਫੋਨ ਆਇਆ, ਰੁਪਿੰਦਰ ਦੇ ਪਿਤਾ ਦਾ ਜੀ, ਮੇਰੀ ਸਿੰਗਰੀ ਦਾ ਨਾਮ ਰੁਪਿੰਦਰ ਹੈ। ਤੇ ਮੈਂ ਚਾਹੁੰਦਾ ਸੀਗਾ ਕਿ ਮੈਂ ਹਰੀ ਗੁਰੂ ਸਾਹਿਬ ਨੂੰ ਕਹਿੰਦੇ, ਮੈਂ ਉਹਨਾਂ ਦੇ ਪਿਤਾ ਜੀ ਨੂੰ ਕਿਹਾ, ਮੈਂ ਕਿਹਾ ਦੇਖੋ ਜੀ ਆਨੰਦ ਕਾਰਜ ਤਾਂ ਠੀਕ ਹੈ ਵਾਹਿਗੁਰੂ, ਮੈਂ ਕਿਹਾ ਮੇਰੀ ਕੁਝ ਸ਼ਰਤਾਂ ਹੈਗੀਆਂ। ਕਹਿੰਦੇ ਦੱਸੋ ਜੀ ਤੁਹਾਡੀ ਕੀ ਸ਼ਰਤ ਹੈ? ਉਹਨਾਂ ਨੇ ਸੋਚਿਆ ਕੋਈ ਦੁਨਿਆਵੀ ਸੋਚ ਹੋਣੀ ਹੈ। ਤੇ ਮੈਂ ਕਿਹਾ ਮੇਰੀ ਸ਼ਰਤ ਹੈ ਕਿ ਮੇਰੇ ਮਾਂ ਪਿਓ ਤੇ ਤੁਸੀਂ 5 ਪਿਆਰਿਆਂ ਕੋਲ ਜਾਵਾਂਗੇ, ਉੱਥੇ ਜਾ ਕੇ ਨਾ ਤੁਸੀਂ ਕੋਈ ਗੱਲ ਕਰਨੀ ਆ ਅਸੀਂ ਕੋਈ ਗੱਲ ਕਰਾਂਗੇ, ਉੱਥੇ ਜਾ ਕੇ ਰੱਖਾਂਗੇ ਇਹ ਕੁੜੀ ਹੈ ਇਹ ਮੁੰਡਾ, ਇਹ ਅਸੀਂ ਇਹਦਾ ਆਨੰਦ ਕਾਰਜ ਵਾਸਤੇ ਸੋਚਿਆ। ਕਹਿੰਦੇ ਇਹ ਕਿੱਦਾਂ ਹੋ ਸਕਦਾ? ਮੈਂ ਕਿਹਾ ਦੇਖੋ ਜੀ ਮੈਂ ਆਪਣੇ ਪਿਓ ਨੂੰ ਪਿਓ ਮੰਨਿਆ, ਮਾਂ ਨੂੰ ਮਾਂ ਮੰਨਿਆ, ਮੈਂ ਉਹ ਮਾਂ ਪਿਓ ਤੋਂ ਬਿਨਾਂ ਕੁੜੀ ਵਾਸਤੇ ਨਹੀਂ। ਦੇਖੋ ਇੱਕ ਮਾਂ ਪਿਓ ਦਾ ਰਿਸ਼ਤਾ, ਕੁੜੀ ਮੁੰਡੇ ਦਾ ਰਿਸ਼ਤਾ ਮਾਂ ਪਿਓ ਤੋਂ ਬਿਨਾਂ ਨਹੀਂ ਹੋ ਸਕਦਾ ਨਾ। ਤੇ ਮੈਂ ਕਿਹਾ ਇਹ ਰਿਸ਼ਤਾ ਵੀ ਮੇਰੇ ਗੁਰੂ ਪਿਤਾ ਮੇਰੀ ਮਾਂ ਤੋਂ ਬਿਨਾਂ ਨਹੀਂ ਹੋ ਸਕਦਾ। ਅਸੀਂ ਦਿੱਲੀ ਸਮਾਗਮ ਸੀਗਾ, ਦਿੱਲੀ 5 ਪਿਆਰਿਆਂ ਕੋਲ ਗਏ ਤੇ ਅਸੀਂ 5 ਪਿਆਰਿਆਂ ਅੱਗੇ ਪੇਸ਼ ਹੋਏ ਤੇ ਅਸੀਂ ਇਹ ਗੱਲ ਕਹੀ ਕਿ ਇਹ ਕੁੜੀ ਹੈਗੀ ਮੇਰੇ ਮਾਂ ਪਿਓ ਨੇ, ਇਹ ਸਿੰਘ ਹੈਗਾ ਇਹ ਸਿੰਘਣੀ ਹੈਗੀ ਹੈ, ਇਹਨਾਂ ਦੋਨਾਂ ਨੇ ਆਨੰਦ ਕਾਰਜ ਵਾਸਤੇ ਸੋਚਿਆ। ਤੇ 5 ਪਿਆਰੇ ਕਹਿੰਦੇ ਕੋਲ ਆ ਕੇ ਉਹ ਕਹਿੰਦੇ ਕਿ ਇਹ ਤੁਹਾਡੇ ਮਨ 'ਚ ਕਿੱਥੋਂ ਆ ਗਈ ਗੱਲ ਕਿ ਤੁਸੀਂ ਇਹ ਗੱਲ ਆ ਤਾਂ ਨਵੀਂ ਗੱਲ ਸੁਣਨ ਨੂੰ ਆ ਰਹੀ ਕਿ ਹਜੇ ਅਰਦਾਸ ਕਰਨ ਤੋਂ ਪਹਿਲਾਂ ਹੀ ਤੁਸੀਂ ਸਾਡੇ ਕੋਲ। ਫਿਰ ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜਦੋਂ ਮੈਂ ਅੰਮ੍ਰਿਤ ਛਕਣ ਗਿਆ ਸੀ ਨਾ ਤੇ ਮੈਂ ਉਦੋਂ ਕਹਿ ਦਿੱਤਾ ਸੀ ਤੁਸੀਂ ਮੇਰੀ ਮਾਂ ਦੇ ਤੁਸੀਂ ਮੇਰੇ ਪਿਓ। ਮੈਂ ਕਿਹਾ 5 ਪਿਆਰੇ ਜੀ ਹੁਣ ਤੁਸੀਂ ਦੱਸੋ, ਤੁਸੀਂ ਵਾਹਿਗੁਰੂ ਰੂਪ ਹੋ, ਤੁਸੀਂ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ ਰੂਪ ਹੋ ਸਾਰੇ, ਠੀਕ ਹੈ। ਮੈਂ ਕਿਹਾ ਗੁਰੂ ਬਾਜ ਤੁਹਾਡੇ ਤੋਂ ਬਿਨਾਂ ਮੈਂ ਆਪ ਕਿੱਦਾਂ ਰਿਸ਼ਤਾ ਕਰਾ ਸਕਦਾ ਦੱਸੋ? ਤੇ ਮੈਂ ਉਹ ਬੜੇ ਖੁਸ਼ ਹੋਏ, ਉਹਨਾਂ ਨੇ ਸਾਡੇ ਸਿਰ 'ਤੇ ਹੱਥ ਰੱਖਿਆ, ਕਹਿੰਦੇ ਬੜੀ ਅੱਛੀ ਗੱਲ ਹੈਗੀ ਆ ਕਿ ਤੁਸੀਂ ਇਹ ਸੋਚ ਕੇ ਇੱਥੇ ਆਏ ਹੋ। ਤੇ ਮੈਂ ਕਿਹਾ ਫਿਰ ਉਹਨਾਂ ਨੇ ਸਾਡੀ ਰਹਿਤ ਮਰਿਆਦਾ ਬਾਰੇ ਪੁੱਛਿਆ ਤੇ ਕਹਿੰਦੇ ਜਾਓ 5 ਕਕਾਰ ਇੱਕ ਦੂਸਰੇ ਨੂੰ ਐਕਸਚੇਂਜ ਕਰੋ ਤੇ ਤੁਹਾਡਾ ਮਤਲਬ ਕਿ ਵਾਹਿਗੁਰੂ ਮੇਰੀ ਅਰਦਾਸ ਦੇ ਵਿੱਚ ਹੀ 5 ਪਿਆਰੇ ਸ਼ਾਮਿਲ ਸੀਗੇ। ਮੇਰੇ ਜਦੋਂ ਆਨੰਦ ਕਾਰਜ ਦੀ ਡੇਟ ਉਹਦੇ 5 ਪਿਆਰੇ ਸ਼ਾਮਿਲ ਸੀਗੇ। ਮਤਲਬ ਕਿ ਮੈਂ ਇੱਕ ਗੱਲ ਸੰਗਤ ਆਪ ਜੀ ਨੂੰ ਇਹ ਕਹਿਣਾ ਚਾਹੁੰਦਾ ਹੈ, ਇਹ ਮੇਰੀ ਪ੍ਰੈਕਟੀਕਲ ਲਾਈਫ ਹੈਗੀ ਆ ਨਾ, ਤੇ ਤੁਸੀਂ ਇਸ ਚੀਜ਼ ਤੇ ਯਕੀਨ ਕਰਕੇ ਚੱਲਿਓ। ਇਹ ਕਈਆਂ ਨੂੰ ਅਸੀਂ ਬੋਲਦੇ ਹਾਂ, ਅਸੀਂ ਕਈ ਗੱਲਾਂ ਸਾਡੀ ਜ਼ਿੰਦਗੀ 'ਚ ਪ੍ਰੈਕਟੀਕਲ ਨਹੀਂ ਹੁੰਦੀਆਂ ਤਾਂ ਵੀ ਬੋਲਦੇ ਹਾਂ, ਪਰ ਵਾਹਿਗੁਰੂ ਮੈਂ ਇੱਕ ਗੱਲ ਆਪ ਜੀ ਦਾ ਕਿ ਤੁਹਾਡੇ ਡੰਡੋਤ ਕਰਕੇ ਸੰਗਤ ਦੇ ਚਰਨਾਂ ਵਿੱਚ ਕਹਿੰਦਾ ਕਿ ਜਦੋਂ ਤੁਸੀਂ ਗੁਰੂ ਪਾਤਸ਼ਾਹ ਜੀ ਅਪਾਰ ਭਰੋਸਾ ਰੱਖਦੇ ਹੋ ਨਾ, ਤੁਸੀਂ ਯਕੀਨਨ ਮੰਨਿਓ ਗੁਰੂ ਪਾਤਸ਼ਾਹ ਤੁਹਾਡੇ ਨਾਲ ਏਦਾਂ ਖੜੇ ਹੁੰਦੇ ਆ ਜਿੱਦਾਂ ਮਾਂ ਪਿਓ ਖੜੇ ਹੁੰਦੇ ਆ। ਮੈਂ ਅੱਜ ਤੱਕ ਕੋਈ ਵੀ ਕੰਮ ਕਰਦਾ ਗੁਰੂ ਪਾਤਸ਼ਾਹ ਤੋਂ ਪੁੱਛ ਕੇ ਕਰਦਾ। ਮੈਂ ਅੱਜ ਤੱਕ ਕੋਈ ਵੀ ਇੱਕ ਕਦਮ ਫੂਕ ਕੇ ਚੱਲਦਾ ਗੁਰਸਤ ਤੋਂ ਪੁੱਛ ਕੇ ਚੱਲਦਾ। ਕਿਉਂ? ਇਹ ਗੱਲ ਇਹ ਨਹੀਂ ਹੈ ਕਿ ਮੈਂ ਡਰਦਾ, ਗੱਲ ਇਹ ਕਿ ਮੇਰਾ ਉਹਦੇ ਨਾਲ ਰਿਸ਼ਤਾ ਮਜ਼ਬੂਤ ਹੁੰਦਾ ਮੇਰੇ ਪਿਓ ਨਾਲ। ਜਦੋਂ ਮੇਰੇ ਆਨੰਦ ਕਾਰਜ ਦਾ ਕਾਰਡ ਸੀਗਾ ਨਾ, ਤੇ ਸ਼ਾਇਦ ਮੈਂ ਤੁਹਾਨੂੰ ਭੇਜੂੰਗਾ ਉਹ ਕਾਰਡ, ਉਹਦੇ ਵਿੱਚ ਤੁਸੀਂ ਦੇਖੋਗੇ ਮੈਂ ਆਪਣੇ ਮਾਂ ਪਿਓ ਦਾ ਨਾਂ ਹੀ ਨਹੀਂ ਲਿਖਿਆ ਸੀਗਾ। ਮੈਂ ਉਹਦੇ ਵਿੱਚ ਲਿਖਿਆ ਸੀ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਜੀ ਦੇ ਬੱਚੇ ਬੀਬੀ ਰੁਪਿੰਦਰ ਕੌਰ, ਭਾਈ ਸਾਹਿਬ ਗੁਰਨੂਰ ਸਿੰਘ, ਏਦਾਂ ਕਰਕੇ ਨਾਮ ਲਿਖਿਆ। ਪੂਰੇ ਕਾਰਡ ਦੇ ਵਿੱਚ ਮੇਰੇ ਮਾਂ ਪਿਓ ਦਾ ਨਾਂ ਹੀ ਨਹੀਂ ਸੀਗਾ। ਜਿੱਥੇ ਲੋਕੀ ਸਗੀ ਸੰਬੰਧੀ ਲਿਖਦੇ ਉੱਥੇ ਮੈਂ ਲਿਖਿਆ ਸੀ ਖਾਲਸਾ ਸੰਗਤ। ਮਤਲਬ ਕਿ ਮੈਨੂੰ ਉਸ ਚੀਜ਼ ਬਾਰੇ ਸੁਣਨਾ ਬੜਾ ਪਿਆ, ਪਰ ਮੈਨੂੰ ਉਹਦੇ ਵਾਸਤੇ ਜਿਹੜੀ ਵਡਿਆਈ ਮਿਲੀ ਹੈ ਨਾ ਜਿਹੜੀ ਸੰਗਤ ਦੀ, ਤੇ ਜਾਂ ਗੁਰੂ ਪਾਤਸ਼ਾਹ ਦਾ ਪਿਆਰ ਮਿਲਿਆ, ਉਹਦੇ ਵਾਸਤੇ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਸ ਚੀਜ਼ ਵਾਸਤੇ। ਤੇ ਇਹ ਸਾਰੀ ਖੇਡ ਭਰੋਸੇ ਦੀ ਹੈ ਵਾਹਿਗੁਰੂ, ਸਾਰੀ ਖੇਡ ਭਰੋਸੇ ਦੀ ਹੈ ਕਿ ਇੱਕ ਭਰੋਸਾ ਜਿੱਦਾਂ ਗੁਰੂ ਪਾਤਸ਼ਾਹ ਜੀ ਮਤਲਬ ਕਿ ਸਾਡੀ ਜ਼ਿੰਦਗੀ ਵਿੱਚ ਕੋਤਕ ਵਰਤਾਉਂਦੇ ਆ, ਕੁਛ ਏਦਾਂ ਦੀ ਹਰਕਤਾਂ ਹੁੰਦੀਆਂ ਸਾਡੀ ਜ਼ਿੰਦਗੀ ਦੇ ਵਿੱਚ ਕਿ ਸਾਨੂੰ ਭਰੋਸਾ ਵੱਧਦਾ ਰਹਿੰਦਾ। ਹੁਣ ਅੱਜ ਸ਼ੁਰੂ 'ਚ ਮੈਂ ਫੋਨ ਅਟੈਚ ਕੀਤਾ ਸੀ ਉਦੋਂ ਇੱਕ ਗੱਲ ਕਿਸੇ ਨੇ ਪੁੱਛੀ ਸੀ, ਭੈਣ ਜੀ ਸੀਗੇ ਪਤਾ ਨਹੀਂ ਕਿੱਥੋਂ ਦੇ, ਉਹਨਾਂ ਨੇ ਕਿਹਾ ਸੀ ਸੰਗਤ ਵਾਲੀ ਗੱਲ ਕੀਤੀ ਸੀਗੀ ਕਿ ਸੰਗਤ ਜੁੜਨੀ। ਵਾਹਿਗੁਰੂ ਜਦੋਂ ਮੈਂ ਆਇਆ ਸੀ ਨਾ ਗੁੜਗਾਉਂ ਵਿੱਚ, ਤੇ ਇੱਥੇ ਸੰਗਤ ਦਾ ਬੋਲਬਾਲਾ ਹੈ ਨਹੀਂ ਸੀ ਇੰਨਾ, ਤੇ ਮੈਂ ਗੁਰੂ ਸਾਹਿਬ ਨੂੰ ਕਹਿ ਕੇ ਆਇਆ, ਮੈਂ ਗੁਰੂ ਪਾਤਸ਼ਾਹ ਮੈਨੂੰ ਸੰਗਤ ਚਾਹੀਦੀ ਹੈ। ਤੁਸੀਂ ਯਕੀਨ ਕਰੋਗੇ ਵਾਹਿਗੁਰੂ ਮੈਨੂੰ ਉਸ ਘਰ ਦੇ ਵਿੱਚ ਪੀਜੀ ਮਿਲਿਆ ਜਿੱਥੇ ਪੂਰੀ ਬਿਲਡਿੰਗ ਹੀ ਸੰਗਤ ਹੀ ਸੀ, ਪੂਰੀ ਬਿਲਡਿੰਗ ਸੰਗਤ। ਮਤਲਬ ਇੱਕ ਪ੍ਰਾਣੀ ਵੀ ਉੱਥੇ ਨਿਰਗੁਰਾ ਨਹੀਂ ਰਹਿੰਦਾ ਸੀਗਾ, ਠੀਕ ਹੈ। ਤੇ ਅਸੀਂ ਉੱਥੇ ਮਤਲਬ ਕਿ ਇੰਨੀ ਸੰਗਤ ਕੀਤੀ। ਤੇ ਜਦੋਂ ਮੈਂ ਆਇਆ ਸੀ ਉੱਥੇ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਨਹੀਂ ਹੈਗੀ ਸੀਗੀ ਇੱਥੇ ਉਦੋਂ ਕੋਈ, ਸਾਰੇ ਗੁਰਸਾਹਿਬ ਨੂੰ ਅਰਦਾਸਾਂ ਬੇਨਤੀਆਂ ਕਰ ਕਰਕੇ ਚਰਨ ਧੂੜ ਦੇ ਵਿੱਚ ਬੇਨਤੀਆਂ ਕਰ ਕਰਕੇ ਮਤਲਬ ਹਟੇ ਨਹੀਂ ਇਸ ਚੀਜ਼ ਵਾਸਤੇ। ਤੇ ਆਪ ਜੀ ਯਕੀਨ ਮੰਨੋ ਕਿ ਜਦੋਂ ਅੱਜ ਸਾਡੀ ਜਿਹੜੀ ਸੰਗਤ ਦੇ ਵਿੱਚ ਕਈ ਬੀਬੀਆਂ ਨੇ ਕੇਸਕੀ ਵੀ ਨਹੀਂ ਸਜਾਈ ਸੀਗੀ, ਤੇ ਅੱਜ ਗੁੜਗਾਉਂ ਦੇ ਵਿੱਚ ਘੱਟੋ ਘੱਟ 15 ਤੋਂ 20 ਪਰਿਵਾਰ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੀ ਬੀਬੀਆਂ ਨੇ ਸਾਹਿਬ ਨੇ ਕੇਸਕੀ ਸਜਾ ਲਈਆਂ, ਉਹਨਾਂ ਦੇ ਬੱਚਿਆਂ ਨੇ ਵੀ ਅੰਮ੍ਰਿਤ ਛਕ ਲਿਆ, ਤੇ ਸੰਗਤ ਕਰਦੇ ਸਿਮਰਨ ਕਰਦੇ ਬਾਣੀ ਪੜ੍ਹਦੇ ਸਾਰੇ। ਤੇ ਇਹ ਉਸ ਭੈਣ ਜੀ ਦੀ ਗੱਲ ਦਾ ਜਵਾਬ ਦੇ ਰਿਹਾ ਮੈਂ, ਜਿਹੜੇ ਮੈਂ ਇਹ ਪ੍ਰਤੱਖ ਗੱਲਾਂ ਹੈਗੀਆਂ ਜਿਹੜੀਆਂ ਗੁਰਸਾਹਿਬ ਤੋਂ ਮੰਗੀਆਂ। ਕੱਲਾ ਹੈ ਸੀਗਾ, ਮੈਨੂੰ ਸੰਗਤ ਚਾਹੀਦੀ ਸੀਗੀ, ਤੇ ਗੁਰੂ ਪਾਤਸ਼ਾਹ ਨੇ ਮੇਰੇ ਵਾਸਤੇ ਸੰਗਤ ਵਾਲਾ ਘਰ ਦੇ ਦਿੱਤਾ, ਸੰਗਤ ਵਾਲਾ ਮਾਹੌਲ ਦੇ ਦਿੱਤਾ। ਹੁਣ ਹਰ ਹਫ਼ਤੇ ਸਮਾਗਮ ਹੁੰਦਾ,
ਹਰ ਹਫ਼ਤੇ ਸੰਗਤ ਕਰਦੇ ਹਾਂ।